ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪ੍ਰਚਾਰ ਇਹ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਵਾਹਿਗੁਰੂ ਰਹਿਣ ਲੱਗੇ ਸ੍ਰੀ ਸਤਿਗੁਰੂ ਮਿਲ ਕਰ ਸਕਲ ਪਰਿਵਾਰ ਗਰਭਵਤੀ ਦਾ ਮੋਦਰੀ ਪੁੱਤਰ ਪ੍ਰਤੀਖਨ ਧਾਰ ਰਹਿਣ ਲੱਗੇ ਸ੍ਰੀ ਸਤਿਗੁਰੂ ਮਿਲ ਕਰ ਸਕਲ ਪਰਿਵਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਬੈਠੇ ਹੋ। ਹਜ਼ੂਰ ਮਹਾਰਾਜ ਜੀ ਦਾ ਪਵਿੱਤਰ ਮੁੱਖ ਵਾਕ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨਾ ਆਵੈ। ਇਹ ਮੁੱਖ ਵਾਕ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਸਰਵਣ ਕੀਤਾ। ਸੰਪੂਰਨਤਾ ਦੇ ਉੱਤੇ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਕੁਝ ਸਮਾਂ ਲੜੀਵਾਰ ਗੁਰੂ ਘਰ ਦਾ ਪਵਿੱਤਰ ਇਤਿਹਾਸ ਜੋ ਇਤਿਹਾਸ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪਾਂ ਸੁਣਨੀ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਾਬਾ ਸਾਈਂ ਦਾਸ ਜੀ ਦੇ ਘਰ ਵਿੱਚ ਪਹੁੰਚੇ। ਬਾਬਾ ਜੀ ਬਾਬਾ ਸਾਈਂ ਦਾਸ ਜੀ ਰਿਸ਼ਤੇਦਾਰੀ ਵਿੱਚ ਤੇ ਗੁਰੂ ਜੀ ਦੇ ਸਾਂਢੂ ਲੱਗਦੇ ਆ।
ਪਰ ਕਦੀ ਵੀ ਉਹਨਾਂ ਨੇ ਆਪਣੇ ਮਨ 'ਚ ਸਾਂਢੂ ਵਾਲੀ ਗੱਲ ਨਹੀਂ ਰੱਖੀ ਜੀ। ਸਦਾ ਹੀ ਗੁਰੂ ਜੀ ਦੇ ਸਿੱਖ ਬਣ ਕੇ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦਾ ਪਿਆਰ ਵੇਖ ਕੇ ਕਹਿਣ ਲੱਗੇ, ਸਾਈਂ ਦਾਸ ਤੁਸੀਂ ਮੇਰੇ ਹਿਰਦੇ ਵਿੱਚ ਰਹਿੰਦੇ ਹੋ। ਕਮਾਲ ਦੀ ਗੱਲ ਹੈ, ਜਿਸ ਗੁਰੂ ਸਾਹਿਬ ਜੀ ਦੇ ਹਿਰਦੇ 'ਚ ਸਦਾ ਹੀ ਪਰਮੇਸ਼ਰ ਦਾ ਵਾਸਾ ਹੈਗਾ ਜੀ, ਗੁਰੂ ਜੀ ਕਹਿ ਰਹੇ ਸਾਈਂ ਦਾਸ ਜੀ ਤੁਸੀਂ ਵੀ ਮੇਰੇ ਹਿਰਦੇ 'ਚ ਰਹਿੰਦੇ ਹੋ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਫਿਰ ਨਵਾਂ ਘਰ ਬਾਬਾ ਸਾਈਂ ਦਾਸ ਜੀ ਨੇ ਬਣਾਇਆ, ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਚਰਨ ਪਾਏ। ਸ਼ਬਦ ਪੜ੍ਹਿਆ ਗਿਆ, ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ, ਸੋਹੇ ਬੰਕ ਦਵਾਰ ਸਗਲਾ ਬਨ ਹਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਮਦ ਹੋਈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੀਬੀ ਰਾਮੋ ਜੀ ਤੇ ਭਾਈ ਸਾਈਂ ਦਾਸ ਜੀ ਬੜੇ ਹੀ ਪਿਆਰ ਦੇ ਨਾਲ ਪ੍ਰਸ਼ਾਦਾ ਪਾਣੀ ਛਕਾਉਂਦੇ ਆ ਜੀ। ਜੋ ਲੰਗਰ ਛਕਾਉਣ ਦੀ ਜੁਗਤ ਕੱਲ੍ਹ ਤੁਸੀਂ ਸਰਵਣ ਕੀਤੀ, ਉਹ ਆਪਣੇ ਆਪ ਵਿੱਚ ਬਹੁਤ ਮਹਾਨ ਸੀਗੀ ਜੀ। ਅਸਲ ਵਿੱਚ ਕੋਈ ਵੀ ਕੰਮ ਹੈਗਾ, ਉਸ ਕੰਮ ਨੂੰ ਕਰਨ ਦਾ ਕੋਈ ਢੰਗ ਤਰੀਕਾ ਹੈਗਾ ਸੰਗਤ ਜੀ, ਕੋਈ ਜੁਗਤੀ ਹੈਗੀ ਹੈ। ਬਿਨਾਂ ਜੁਗਤੀ ਤੋਂ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ ਜੀ। ਗੁਰਬਾਣੀ ਵਿੱਚ 3 ਸ਼ਬਦ ਆਉਂਦੇ ਰਲਦੇ ਮਿਲਦੇ ਜੀ, ਜੁਗਤੀ ਮੁਕਤੀ ਤੇ ਭੁਗਤੀ ਜੀ। ਜੁਗਤੀ ਮੁਕਤੀ ਤੇ ਭੁਗਤੀ। ਹੁਣ ਭੁਗਤੀ ਕਿਹਨੂੰ ਕਹਿੰਦੇ ਆ? ਭੁਗਤੀ ਪਦਾਰਥਾਂ ਨੂੰ ਕਹਿੰਦੇ, ਪਦਾਰਥਾਂ ਨੂੰ ਜੀ। ਹਾਂਜੀ, ਸਾਡੇ ਕੋਲ ਘਰ ਹੈ, ਬਾਹਰ ਹੈ, ਗੱਡੀਆਂ ਨੇ, ਤਰ੍ਹਾਂ ਤਰ੍ਹਾਂ ਦੇ ਛਕਣ ਨੂੰ ਪਦਾਰਥ ਨੇ, ਇਹ ਸਭ ਭੁਗਤੀਆਂ ਨੇ ਜੀ। ਹਾਂਜੀ, ਤੇ ਹੁਣ ਭੁਗਤੀਆਂ 'ਚ ਬੰਦਾ ਫਸ ਜਾਂਦਾ ਜੀ। ਭੁਗਤੀਆਂ ਦੇ ਵਿੱਚ ਫਸ ਕੇ ਬੰਦਾ ਨਰਕਾਂ 'ਚ ਵੀ ਪੈ ਜਾਂਦਾ ਜੀ। ਇਹਨੂੰ ਬੜੇ ਧਿਆਨ ਨਾਲ ਸੁਣਨਾ ਹੈ। ਹੁਣ ਜੁਗਤੀ ਹੋਣੀ ਚਾਹੀਦੀ ਹੈ, ਤਾਂ ਜਾ ਕੇ ਭੁਗਤੀਆਂ ਤੋਂ ਬੰਦਾ ਛੁੱਟੇਗਾ ਤੇ ਮੁਕਤੀ ਤੱਕ ਪਹੁੰਚੇਗਾ ਜੀ। ਬਾਣੀ ਦੀ ਇੱਕ ਤੁਕ ਕਹਿ ਕੇ ਆਪਾਂ ਲੜੀਵਾਰ ਕਥਾ ਸੁਣਦੇ ਹਾਂ। ਭਗਤ ਜੀ, ਭਗਤ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਦੇ ਆ ਜੀ। ਹਾਂਜੀ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ। ਹਾਂਜੀ, ਬਾਂਦਰ ਕਿਵੇਂ ਕਾਬੂ ਆਉਂਦਾ ਜੀ? ਬਾਂਦਰ ਜੀ, ਇਹ ਬਾਣੀ 'ਚ ਲਿਖਿਆ ਜੀ, ਕਿਵੇਂ ਕਾਬੂ ਆਉਂਦਾ। ਕਹਿੰਦੇ ਵੀ ਨਿੱਕਾ ਜਿਹਾ ਕੁੱਜਾ ਹੁੰਦਾ ਜੀ, ਉਹਦੇ 'ਚ ਅਨਾਜ ਪਾ ਦਿੰਦੇ, ਦਾਣੇ ਪਾ ਦਿੰਦੇ ਜੀ। ਹਾਂਜੀ, ਤੇ ਬਾਂਦਰ ਜਦੋਂ ਉਹਨੂੰ ਵੇਖਦਾ ਨਾ ਜੀ, ਉਹ ਫਿਰ ਦਾਣੇ ਲੈਣ ਲੱਗਦਾ ਜੀ। ਹੱਥ ਪਾਉਂਦਾ ਕੁੱਜੇ 'ਚ, ਉਹਦਾ ਕੁੱਜੇ ਦਾ ਮੂੰਹ ਬੜਾ ਛੋਟਾ ਹੁੰਦਾ ਜੀ। ਉਹ ਜਦੋਂ ਹੱਥ ਪਾਉਂਦਾ ਤੇ ਦਾਣਿਆਂ ਨਾਲ ਫਿਰ ਮੁੱਠ ਭਰ ਲੈਂਦਾ ਜੀ। ਜਦੋਂ ਉਹਨੇ ਦਾਣਿਆਂ ਨਾਲ ਮੁੱਠ ਭਰ ਲਈ ਜੀ, ਤੇ ਹੁਣ ਦਾਣੇ ਉਹ ਛੱਡਦਾ ਨਹੀਂ, ਮੁੱਠ ਖੋਲ੍ਹਦਾ ਨਹੀਂ, ਤੇ ਉਹ ਹੱਥ ਉਹਦਾ ਵਿੱਚ ਹੀ ਅੜ ਜਾਂਦਾ ਜੀ। ਜੇ ਤਾਂ ਮੁੱਠ ਖੋਲ੍ਹ ਦੇ, ਹੱਥ ਬਾਹਰ ਕੱਢ ਲਏ, ਮੁੱਠ ਭਰ ਲੈਂਦਾ ਜੀ ਉਹ ਜੀ, ਉਹ ਫਸ ਜਾਂਦਾ ਜੀ। ਹਾਂਜੀ, ਭੁਗਤੀ ਹੈਗੀ ਹੈ, ਪਰ ਜੁਗਤੀ ਨਹੀਂ ਸੀ ਹੈਗੀ ਜੀ। ਜੁਗਤ ਨਹੀਂ ਸੀ, ਤਰੀਕਾ ਨਹੀਂ ਸੀ ਵੀ ਛੁੱਟਣਾ ਕਿਵੇਂ ਹੈ। ਤੇ ਜੇ ਤਰੀਕਾ ਨਹੀਂ ਸੀਗਾ ਤੇ ਫਿਰ ਉਹ ਮੁਕਤ ਨਹੀਂ ਹੋਇਆ, ਫਸ ਗਿਆ ਜੀ। ਇਸ ਕਰਕੇ ਗੁਰਬਾਣੀ 'ਚ ਸ਼ਬਦ ਆਉਂਦੇ ਆ, ਮੁਕਤ, ਭੁਗਤ ਤੇ ਜੁਗਤ। ਭੁਗਤ ਹੋਣਾ ਬਹੁਤ ਜ਼ਰੂਰੀ ਹੈ, ਪਰ ਭੁਗਤ ਦੇ ਨਾਲ ਨਾਲ ਜੁਗਤ ਹੋਣੀ ਵੀ ਚਾਹੀਦੀ ਹੈ ਜੀ। ਤੇ ਜੇ ਜੁਗਤ ਹੈ ਤੇ ਫਿਰ ਹੀ ਮੁਕਤ ਹੈਗੀ ਹੈ ਜੀ। ਹੁਣ ਆਪ ਜੀ ਜੁਗਤੀ ਦੀ ਗੱਲ ਸੁਣ ਰਹੇ ਸੀ। ਜੁਗਤੀ ਦਾ ਅਰਥ ਤਰੀਕਾ ਜੀ, ਤਰੀਕਾ। ਬਾਬਾ ਸਾਈਂ ਦਾਸ ਜੀ ਤੇ ਬੀਬੀ ਰਾਮੋ ਜੀ ਨੇ ਜਿਸ ਤਰੀਕੇ ਨਾਲ, ਜਿਸ ਜੁਗਤੀ ਦੇ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ, ਉਹ ਤੁਸੀਂ ਜੁਗਤੀ ਕੱਲ੍ਹ ਸੁਣੀ ਜੀ। ਤੇ ਮੈਂ ਫਿਰ ਬੇਨਤੀ ਕਰਦਾ ਸੰਗਤ ਜੀ, ਗੁਰੂ ਜੀ ਮਿਹਰਾਂ ਕਰਨ, ਤੁਹਾਡੇ ਘਰਾਂ 'ਚ ਸੁੱਖਾਂ ਦਾ, ਸ਼ਾਂਤੀ ਭਰਿਆ ਸਮਾਂ ਆਵੇ, ਤੁਹਾਨੂੰ ਖੁਸ਼ੀਆਂ ਦੇ ਸਮੇਂ ਮਹਾਰਾਜ ਬਖਸ਼ਣ। ਤੁਸੀਂ ਆਪਣੇ ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਓ ਜੀ। ਤੇ ਜਦੋਂ ਮਹਾਰਾਜ ਤੁਹਾਡੇ ਘਰ ਆਉਣ ਨਾ ਜੀ, ਤੇ ਫਿਰ ਪ੍ਰਸ਼ਾਦਾ ਪਾਣੀ ਕਿਵੇਂ ਛਕਾਉਣਾ, ਇਹ ਕਥਾ ਕੱਲ੍ਹ ਤੁਸੀਂ ਸੁਣੀ ਹੈ ਜੀ। ਕਥਾ ਕੱਲ੍ਹ ਤੁਸੀਂ ਸੁਣੀ ਹੈ।
ਬੇਬੀ ਰਾਮੋ ਜੀ ਤੇ ਸਾਈਂ ਦਾਸ ਜੀ ਬਹੁਤੇ ਹੀ ਪਿਆਰ ਨਾਲ ਪ੍ਰਸ਼ਾਦਾ ਛਕਾਇਆ। ਮਹਾਰਾਜ ਉਹਨਾਂ ਦਾ ਪ੍ਰੇਮ ਵੇਖ ਕੇ ਕਹਿਣ ਲੱਗੇ, ਰਾਮੋ ਤੇ ਸਾਈਂ ਦਾਸ, ਅਸੀਂ ਤੁਹਾਡਾ ਪ੍ਰੇਮ ਵੇਖ ਕੇ ਖੁਸ਼ ਹੋਏ ਹਾਂ। ਅੱਜ ਤੋਂ ਬਾਅਦ ਤੁਹਾਡਾ ਜਨਮ ਮਰਨ ਨਹੀਂ ਹੋਏਗਾ, ਤੁਹਾਡਾ 84 ਲੱਖ ਜੂਨਾਂ ਦਾ ਚੱਕਰ ਖਤਮ ਕੀਤਾ। ਮਹਾਰਾਜ ਕਹਿਣ ਲੱਗੇ, ਕਮਾਲ ਦੀ ਗੱਲ ਜੀ। ਪ੍ਰਸ਼ਾਦਾ ਹੀ ਛਕਾਇਆ ਜੀ ਪਿਆਰ ਨਾਲ, ਤੇ ਗੁਰੂ ਜੀ ਨੇ ਮਿਹਰਾਂ ਕਰ ਦਿੱਤੀਆਂ। ਮਹਾਰਾਜ ਕਹਿਣ ਲੱਗੇ, ਤੁਸੀਂ ਵੇਖ ਲਿਓ, ਤੁਹਾਡਾ ਮਨ ਸ਼ੁੱਧ ਹੋ ਗਿਆ। ਕਹਿਣ ਲੱਗੇ, ਬ੍ਰਹਮ ਗਿਆਨ ਦੀ ਅਵਸਥਾ ਦੋਵਾਂ ਨੂੰ ਪ੍ਰਾਪਤ ਹੋਈ। ਉਹ ਅਵਸਥਾ ਪ੍ਰਾਪਤ ਹੋਈ ਜਿਹਦੀ ਗੁਰਬਾਣੀ 'ਚ ਬੜੀਆਂ ਸਿਫਤਾਂ ਹੈਗੀਆਂ ਨੇ ਜੀ। ਮਨ ਸ਼ੁੱਧ ਹੋ ਗਿਆ, ਅੰਤःਕਰਣ ਸ਼ੁੱਧ ਹੋ ਗਿਆ, ਤੇ ਬਹੁਤ ਖੁਸ਼ੀ ਉਹਨਾਂ ਨੂੰ ਮਿਲੀ, ਬਹੁਤ ਖੁਸ਼ੀ ਪ੍ਰਾਪਤ ਹੋਈ ਜੀ। ਹਾਂਜੀ, ਕੀ ਹੈ ਜੀ, ਬਸ ਪਿਆਰ ਹੀ ਕੀਤਾ ਜੀ ਬਾਬਾ ਸਾਈਂ ਦਾਸ ਜੀ ਨੇ। ਤੇ ਮਹਾਰਾਜ 10ਵੇਂ ਪਾਤਸ਼ਾਹ ਲਿਖ ਕੇ ਦੇ ਕੇ ਗਏ ਆ। ਮਹਾਰਾਜ ਕਹਿੰਦੇ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਸ ਜਿਨੇ ਪ੍ਰੇਮ ਕਰ ਲਿਆ ਜੀ। ਹੁਣ ਇਹ ਵੀ ਬੜੀ ਵੱਡੀ ਗੱਲ ਵੀ ਪ੍ਰੇਮ ਕਿਹੜਾ ਕਰਨਾ ਜੀ, ਕਿਹੋ ਜਿਹਾ ਪ੍ਰੇਮ ਹੈਗਾ ਜੀ। ਤੇ ਉਹ ਤੁਸੀਂ ਕਥਾ ਸੁਣੀ ਜੀ। ਬਾਬਾ ਸਾਈਂ ਦਾਸ ਜੀ ਨੇ ਗੁਰੂ ਜੀ ਦੇ ਨਾਲ ਸੱਚਾ ਪ੍ਰੇਮ ਕੀਤਾ ਜੀ। ਤੇ ਫਿਰ ਗੁਰੂ ਜੀ ਨੇ ਉਹਨਾਂ ਨੂੰ ਮੁਕਤ ਅਵਸਥਾ ਦੀ ਦਾਤ ਬਖਸ਼ਿਸ਼ ਕੀਤੀ, ਮੁਕਤ ਅਵਸਥਾ ਦੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਸਾਰੀਆਂ ਸੰਗਤਾਂ ਪਿਆਰ ਦੇ ਨਾਲ ਆਖੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰਹਿਣ ਲੱਗੇ ਸ੍ਰੀ ਸਤਿਗੁਰੂ, ਮਿਲ ਕਰ ਸਕਲ ਪਰਿਵਾਰ। ਹੁਣ ਭਾਈ ਕੀ ਡਰੌਲੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਵੀ ਰਹਿ ਰਿਹਾ ਜੀ। ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਤੇ ਗੁਰੂ ਸਾਹਿਬ ਜੀ ਨਾ ਜੀ ਫਿਰ ਉੱਥੇ ਹੀ ਰਹਿਣ ਲੱਗ ਪਏ ਜੀ। ਲੰਮਾ ਸਮਾਂ ਮਹਾਰਾਜ ਉੱਥੇ ਰਹੇ ਜੀ। ਹਾਂਜੀ, ਗਰਭਵਤੀ ਦਾ ਮੋਦਰੀ, ਪੁੱਤਰ ਪ੍ਰਤੀਖਨ ਧਾਰ। ਤੇ ਸਮਾਂ ਨੇੜੇ ਆ ਰਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਣਾ ਹੈ ਜੀ। ਉਹ ਸਮਾਂ ਨੇੜੇ ਆ ਰਿਹਾ ਜੀ। ਹਾਂਜੀ, ਚੌਪਈ ਸੇਵਾ ਕਰੈ ਨਾਨਕੀ ਕਰਸੋਂ, ਪਤ ਮੈਂ ਪ੍ਰੀਤੀ ਧਾਰਤ ਉਰਸੋਂ। ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ ਦੀ ਸੇਵਾ ਕਰਦੇ ਜੀ, ਬੜੇ ਪਿਆਰ ਨਾਲ ਸੇਵਾ ਕਰਦੇ ਜੀ। ਹਾਂਜੀ, ਗੰਗਾ ਹੇਰ ਹੇਰ ਪ੍ਰਿਯ ਨੰਦਨ, ਕਰੈ ਆਨ ਜਗ ਜਿਨ ਕੋ ਬੰਦਨ। ਮਾਤਾ ਗੰਗਾ ਜੀ ਵੀ ਬਹੁਤ ਜ਼ਿਆਦਾ ਖੁਸ਼ ਨੇ। ਸਮਾਂ ਆ ਰਿਹਾ ਤੇ ਗੁਰੂ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਜਨਮ ਹੋ ਰਿਹਾ ਜੀ। ਹਾਂਜੀ, ਅਤ ਆਨੰਦ ਚਿਤ ਜਿਸਕੇ ਹੋਵਾ। ਹੁਣ ਤੁਹਾਨੂੰ ਪਤਾ ਦਾਦੀਆਂ ਨੂੰ ਬੜਾ ਚਾਅ ਹੁੰਦਾ ਜੀ, ਮੂਲ ਨਾਲੋਂ ਵਿਆਜ ਕਹਿੰਦੇ ਜ਼ਿਆਦਾ ਪਿਆਰਾ ਹੁੰਦਾ ਜੀ। ਮਾਤਾ ਜੀ, ਮਾਤਾ ਗੰਗਾ ਜੀ ਬਹੁਤ ਆਨੰਦ ਵਿੱਚ ਨੇ, ਬਹੁਤ ਖੁਸ਼ੀ ਮਨਾ ਰਹੇ ਨੇ ਮਾਤਾ ਜੀ। ਵਧਿਓ ਪ੍ਰਤਾਪ ਪੁੱਤਰ ਕੋ ਜੋਵਾ। ਤੇ ਮਾਤਾ ਜੀ ਇਹ ਵੀ ਗੱਲ ਮਹਿਸੂਸ ਕਰਦੇ ਆ, ਦਿਨੋਂ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ ਵੱਧ ਰਿਹਾ ਹੈ ਜੀ। ਦਿਨੋਂ ਦਿਨ ਪ੍ਰਤਾਪ ਵੱਧ ਰਿਹਾ। ਹਾਂਜੀ, ਪੋਤਰਾ ਪਿਖਨ ਲਾਲਸਾ ਜਾਹੀ। ਤੇ ਹੁਣ ਮਾਤਾ ਜੀ ਦੀ ਇੱਛਾ ਵੀ ਛੇਤੀ ਉਹ ਸਮਾਂ ਆਵੇ ਤੇ ਸਾਡੇ ਘਰ 'ਚ ਪੋਤਰੇ ਦਾ ਜਨਮ ਹੋਵੇ, ਪੋਤਰੇ ਦਾ ਜੀ। ਹਾਂਜੀ, ਰਖੈ ਸਨੂਖਾ ਕੋ ਨਿਜ ਪਾਹੀ। ਤੇ ਮਾਤਾ ਗੰਗਾ ਜੀ ਆਪਣੇ ਨਹੁੰ ਮਾਤਾ ਦਮੋਦਰੀ ਜੀ ਦਾ ਬੜਾ ਹੀ ਧਿਆਨ ਰੱਖਦੇ ਆ। ਹਾਂਜੀ, ਬ੍ਰਿੰਦ ਬਿਗਨ ਤੇ ਰਛਿਆ ਕਰਹੀ, ਜਤਨ ਅਨੇਕਨ ਕੇ ਅਨੁਸਰਹੀ। ਸਤਿਗੁਰ ਵਹਿਰ ਦਿਨਵਾਨ ਲਗਾਵੇ, ਸੁਨ ਸੰਗਤ ਬਹੁ ਦਿਸ਼ ਤੇ ਆਵੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਜੀ ਪਿੰਡ ਦੇ ਬਾਰ-ਬਾਰ ਦੀਵਾਨ ਲਾਉਂਦੇ ਸੀਗੇ ਜੀ। ਹੁਣ ਵੀ ਤੁਸੀਂ ਜਾਓ ਭਾਈ ਕੀ ਡਰੌਲੀ ਤੋਂ, ਉੱਥੇ ਅਸਥਾਨ ਹੈ ਸਿਮਰਨਸਰ ਨਾਮ ਦਾ ਜੀ। ਹਾਂਜੀ, ਮਹਾਰਾਜ ਉੱਥੇ ਦੀਵਾਨ ਲਾਉਂਦੇ ਹੁੰਦੇ ਸੀਗੇ।
ਲਾਗੇ ਲਾਗੇ ਪਿੰਡਾਂ ਦੇ ਜਿਹੜੇ ਲੋਕ ਸਨ ਉਹ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਜੀ। ਹਾਂਜੀ। ਨਿਕਟ ਨਿਕਟ ਜੇ ਗ੍ਰਾਮ ਤਮਾਮੂ, ਸੁਨ ਸੁਨ ਗੁਰ ਕੋ ਜਸ ਅਭਿਰਾਮੂ। ਲਾਗੇ ਲਾਗੇ ਪਿੰਡਾਂ ਦੇ ਲੋਕਾਂ ਨੇ ਮਹਾਰਾਜ ਜੀ ਦਾ ਜਸ ਸੁਣਨਾ, ਮਹਾਰਾਜ ਜੀ ਦੀਆਂ ਸਿਫਤਾਂ ਸੁਣਦੀਆਂ ਤੇ ਫਿਰ ਭੱਜੇ ਹੀ ਆਉਣਾ ਜੀ ਮਹਾਰਾਜ ਜੀ ਦੇ ਚਰਨਾਂ 'ਚ। ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਮਹਾਰਾਜ ਜੀ ਦਾ ਪ੍ਰਤਾਪ ਹੀ ਇੰਨਾ ਵੱਡਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹਾਂਜੀ। ਪ੍ਰਥਮ ਨਾ ਸਿੱਖ ਭਏ ਸੋ ਆਵੈ। ਜਿਹੜੇ ਪਹਿਲਾਂ ਸਿੱਖ ਨਹੀਂ ਸੀ ਨਾ ਜੀ, ਉਹ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ, ਲੈ ਸਿੱਖਿਆ ਕੋ ਉਰ ਹੁਲਸਾਵੈ। ਤੇ ਮਹਾਰਾਜ ਜੀ ਦੇ ਦਰਸ਼ਨ ਹੀ ਇਹੋ ਜਿਹੇ ਸੀਗੇ ਜੀ। ਗੁਰੂ ਸਾਹਿਬ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਵੀ ਤੁਸੀਂ ਸਿੱਖ ਬਣੋ। ਜਿਹੜਾ ਮਹਾਰਾਜ ਜੀ ਦੇ ਦਰਸ਼ਨ ਕਰਦਾ ਸੀ ਆਪੇ ਹੀ ਸਿੱਖ ਬਣ ਜਾਂਦਾ ਸੀਗਾ ਜੀ। ਹਾਂਜੀ। ਨਾਮ ਜਪਣ ਵਾਲਿਆਂ ਦੇ ਦਰਸ਼ਨ 'ਚ ਸ਼ਾਂਤੀ ਹੁੰਦੀ ਹੈ, ਨਾਮ ਜਪਣ ਵਾਲਿਆਂ ਦੇ ਦਰਸ਼ਨਾਂ 'ਚ ਪ੍ਰਾਪਤੀ ਹੁੰਦੀ ਹੈ। ਗੁਰੂ ਜੀ ਦੇ ਦਰਸ਼ਨ ਕਰਨੇ ਤੇ ਦਰਸ਼ਨ ਕਰਕੇ ਬਹੁਤ ਸਾਰੇ ਲੋਕ ਸਿੱਖ ਬਣ ਰਹੇ ਸੀਗੇ ਜੀ। ਹਾਂਜੀ। ਬਨਹਿ ਦਾਸ ਮਨ ਕਾਮਨ ਪਾਵੈ। ਫਿਰ ਬਨਹਿ ਦਾਸ ਮਨ ਕਾਮਨ ਪਾਵੈ। ਜਿਹੜਾ ਵੀ ਸਿੱਖ ਬਣਦਾ, ਮਹਾਰਾਜ ਜੀ ਦਾ ਮਨੋ ਦਾਸ ਬਣਦਾ, ਸੱਚੇ ਪਾਤਸ਼ਾਹ ਉਹਦੀਆਂ ਸਭ ਕਾਮਨਾਵਾਂ ਪੂਰੀਆਂ ਕਰ ਦਿੰਦੇ ਜੀ। ਹਾਂਜੀ। ਅਨਿਕ ਅਕੋਰਨ ਕੋ ਅਰ ਪਾਵੈ। ਬਹੁਤ ਭੇਟਾਵਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਚੜ੍ਹਦੀਆਂ ਜੀ। ਹਾਂਜੀ। ਕੇਤਕ ਦਿਨ ਪ੍ਰਤ ਦਰਸ਼ਨ ਆਵੈ। ਕਈ ਫਿਰ ਲਗਾਤਾਰ ਹੀ ਮਹਾਰਾਜ ਦੇ ਰੋਜ਼ ਦਰਸ਼ਨ ਕਰਨ ਆਉਂਦੇ ਹੁੰਦੇ ਸੀਗੇ। ਸੰਗਤ ਜੀ, ਚਲੋ ਕੀਰਤਨ ਦਰਬਾਰ ਵੱਡੇ ਵੱਡੇ ਹੁੰਦੇ ਆ ਤੇ ਉਹ ਇੱਕ ਦਿਨ ਹੀ ਕੀਰਤਨ ਦਰਬਾਰ ਹੁੰਦਾ, ਪਰ ਚੇਤਾ ਰੱਖਿਓ ਸੰਗਤ ਦੀ ਸਾਨੂੰ ਰੋਜ਼ ਹੀ ਲੋੜ ਹੈਗੀ ਹੈ ਜੀ। ਜਿਹੜੀ ਸੰਗਤ ਹੈ ਨਾ ਜੀ, ਇਹਦੀ ਸਾਨੂੰ ਰੋਜ਼ ਹੀ ਲੋੜ ਹੈਗੀ ਹੈ, ਸਵੇਰੇ ਸ਼ਾਮ ਲੋੜ ਹੈਗੀ ਹੈ। ਕਾਰਨ ਜਨਮਾਂ ਜਨਮਾਂ ਦੀ ਮੈਲ ਤੇ ਅੰਦਰ ਇਕੱਠੀ ਹੋਈ ਪਈ ਜੀ, ਤੇ ਇਹਦੀ ਫਿਰ ਲੋੜ ਬੜੀ ਹੈ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਈ ਫਿਰ ਹਰ ਰੋਜ਼ ਹੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਜੀ, ਹਰ ਰੋਜ਼। ਹਾਂਜੀ। ਕਿਤਕ ਨਿਕਟ ਰਹਿ ਸੀਵ ਕਮਾਵੇ। ਆਖੋ ਵਾਹਿਗੁਰੂ। ਤੇ ਕਈਆਂ ਰੋਜ਼ ਆਉਣਾ ਜਾਣਾ ਦਰਸ਼ਨ ਕਰਨਾ, ਤੇ ਫਿਰ ਕਈਆਂ ਨੇ ਫੁਰਨਾ ਬਣਾ ਲਿਆ ਜੀ। ਕੀ ਫੁਰਨਾ ਬਣਾਇਆ? ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਡਰੌਲੀ 'ਚ ਰਹਿਣਗੇ ਨਾ, ਅਸੀਂ ਘਰ ਜਾਣਾ ਹੀ ਨਹੀਂ ਓਨੇ ਦਿਨ। ਹਾਂਜੀ। ਓਨੇ ਦਿਨ ਘਰ ਨਹੀਂ ਜਾਣਾ, ਓਨੇ ਦਿਨ ਮਹਾਰਾਜ ਦੇ ਚਰਨਾਂ 'ਚ ਹੀ ਰਹਿ ਕੇ ਸੇਵਾ ਕਰਨੀ ਜੀ। ਹਾਂਜੀ। ਇਹ ਤੇ ਸੰਗਤ ਜੀ ਜਿਹਨੂੰ ਲਾਭ ਲੈਣ ਦਾ ਤਰੀਕਾ ਆ ਜੇ ਉਹ ਲੈ ਲੈਂਦਾ, ਜਿਹਨੂੰ ਲਾਭ ਨਹੀਂ ਲੈਣਾ ਆਉਂਦਾ ਉਹ ਨਹੀਂ ਲੈਂਦਾ ਜੀ ਲਾਭ ਜੀ। ਉਹਨਾਂ ਫੁਰਨਾ ਹੀ ਬਣਾ ਲਿਆ ਵੀ ਅਸੀਂ ਗੁਰੂ ਜੀ ਦੇ ਚਰਨਾਂ 'ਚ ਹੀ ਰਹਿਣਾ ਸਦਾ। ਹਾਂਜੀ। ਸਿੱਖੀ ਅਧਿਕ ਹੋਣ ਤਹਿ ਲਾਗੀ। ਡਰੌਲੀ ਨਗਰ ਦੇ ਵਿੱਚ ਬਹੁਤ ਸਾਰੇ ਲੋਕ ਸਿੱਖ ਬਣ ਗਏ ਜੀ। ਲਾਗੇ ਲਾਗੇ ਪਿੰਡਾਂ ਦੇ ਲੋਕ ਬਹੁਤ ਸਾਰੇ ਸਿੱਖ ਬਣ ਗਏ ਜੀ। ਹਾਂਜੀ। ਸਿਮਰਹਿ ਸਤਨਾਮ ਬੜ ਭਾਗੀ। ਤੇ ਗੁਰੂ ਸਾਹਿਬ ਨੇ ਪੱਕਾ ਹੀ ਨਿਯਮ ਰੱਖਿਆ ਸੀ, ਭਾਈ ਸਵੇਰੇ ਸ਼ਾਮ ਸੰਗਤ 'ਚ ਜ਼ਰੂਰ ਆਉਣਾ ਹੈ ਜੀ। ਤੇ ਜਦੋਂ ਸੰਗਤ ਵਿੱਚ ਆਉਂਦੇ, ਗੁਰਮੰਤਰ ਦੀ ਦਾਤ ਮਿਲਦੀ, ਤੇ ਘਰ ਜਾ ਕੇ ਵੀ ਉੱਠਦਿਆਂ ਬੈਠਦਿਆਂ ਲੋਕ ਕਹਿੰਦੇ ਵਾਹਿਗੁਰੂ ਵਾਹਿਗੁਰੂ। ਉੱਠਦਿਆਂ ਬੈਠਦਿਆਂ ਵਾਹਿਗੁਰੂ ਵਾਹਿਗੁਰੂ ਜਪਦੇ ਜੀ। ਮਿਹਰ ਹੋ ਗਈ ਜੀ ਉਹਨਾਂ ਤੇ। ਹਾਂਜੀ। ਭਏ ਦੇਸ਼ ਤਿਸ ਬ੍ਰਿੰਦ ਨਿਹਾਲ। ਫੈਲ ਰਹਿਓ ਸਤਿਗੁਰ ਜਸ ਜਾਲ। ਇਹ ਮਾਲਵੇ ਦਾ ਇਲਾਕਾ ਜੀ, ਮੋਗਾ, ਮੋਗੇ ਵੱਲ ਹੈ ਨਾ ਜੀ। ਆਪਾਂ ਗਏ ਸਾਂ ਭਾਈ ਕੀ ਡਰੌਲੀ, ਤੇ ਉਹ ਇਲਾਕੇ 'ਚ ਬੜੀ ਵੱਡੀ ਸਿੱਖੀ ਫੈਲੀ ਜੀ। ਬਹੁਤ ਵੱਡੇ ਪੱਧਰ ਤੇ ਸਿੱਖੀ ਫੈਲ ਗਈ ਜੀ। ਲੋਕ ਨਿਹਾਲ ਹੋ ਗਏ ਗੁਰੂ ਜੀ ਦੇ ਦਰਸ਼ਨ ਕਰ ਕਰਕੇ। ਹਾਂਜੀ। ਇਸ ਪ੍ਰਕਾਰ ਤਹਿ ਬਸਤ ਬਿਤਾਇਓ। ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਭਾਈ ਕੀ ਡਰੌਲੀ ਰਹਿ ਰਹੇ ਹੈ। ਬਹੁਤ ਆਨੰਦ ਬਣ ਰਿਹਾ ਜੀ। ਹਾਂਜੀ। ਸਮੇਂ ਪ੍ਰਸੂਤ ਹੋਣ ਕੋ ਆਇਓ। ਤੇ ਸਮਾਂ ਆਇਆ, ਘਰ ਵਿੱਚ ਬਾਲਕ ਨੇ ਜਨਮ ਲੈਣਾ ਸੀਗਾ ਜੀ। ਹਾਂਜੀ। ਮਾਤ ਗੰਗ ਨਿਸ ਦਿਨ ਸਾਵਧਾਨਾ। ਤੇ ਮਾਤਾ ਜੀ, ਮਾਤਾ ਗੰਗਾ ਜੀ ਹਰ ਸਮੇਂ ਬੜਾ ਧਿਆਨ ਰੱਖਦੇ ਸੀ ਇਸ ਗੱਲ ਦਾ ਜੀ। ਹਾਂਜੀ। ਨਿਕਟ ਨੁਖਾ ਕੇ ਰਹਿਤ ਸੁਜਾਨਾ। ਮਾਤਾ ਦਮੋਦਰੀ ਜੀ ਦੇ ਲਾਗੇ ਹੀ ਰਹਿੰਦੇ ਹੈਗੇ ਜੀ। ਹਾਂਜੀ। ਜਗਤ ਬਿਖੈ ਰੁੱਤ ਸਰਦ ਪ੍ਰਕਾਸ਼ੀ। ਤੇ ਠੰਡ ਦੀ ਰੁੱਤ ਆ ਗਈ ਜੀ।
ਆ ਕਿਹੜੀ ਰੁੱਤ ਚੱਲ ਰਹੀ ਜੀ? ਠੰਡ ਦੀ ਚੱਲ ਰਹੀ ਜੀ। ਠੰਡ ਦੀ ਰੁੱਤ ਆ ਗਈ ਜੀ। ਹਾਂਜੀ। ਕਾਤਿਕ ਸੁੰਦਰ ਪੂਰਨਮਾਸ਼ੀ। ਤੇ ਕੱਤਕ ਦਾ ਮਹੀਨਾ ਜਿਹੜਾ ਲੰਘਿਆ, ਕੱਤਕ ਦੇ ਮਹੀਨੇ ਪੁੰਨਿਆਂ ਵਾਲੀ ਅੰਮ੍ਰਿਤ ਵੇਲੇ। ਹਾਂਜੀ। ਗ੍ਰਹਿ ਨਛੱਤਰ ਸ਼ੁਭ ਲਗਨ ਮਝਾਰਾ। ਕਹਿੰਦੇ ਬਹੁਤ ਸੋਹਣਾ ਉਹ ਮਾਹੌਲ ਸੀਗਾ ਉਸ ਸਮੇਂ, ਚੰਗੇ ਗ੍ਰਹਿ ਨਛੱਤਰ। ਹਾਂਜੀ। ਅਰਧ ਰਾਤ ਮੈਂ ਚੰਦ ਉਦਾਰਾ। ਅਰਧ ਰਾਤ ਮਹਿ ਚੰਦ ਉਦਾਰਾ। ਅੱਧੀ ਰਾਤ ਦਾ ਸਮਾਂ ਸੀਗਾ, ਭਾਵ ਅੰਮ੍ਰਿਤ ਵੇਲਾ ਹੋਇਆ ਸੀਗਾ ਜੀ। ਹਾਂਜੀ। ਜਨਮਿਓ ਬਾਲਕ ਸੁੰਦਰ ਦੇਹ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਸਭ ਤੋਂ ਪਹਿਲੇ ਵੱਡੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਜੀ। ਤੇ ਸੰਗਤ ਜੀ, ਕੱਤਕ ਦੇ ਪੁੰਨਿਆਂ ਨੂੰ ਕਿਸੇ ਹੋਰ ਦਾ ਵੀ ਜਨਮ ਹੋਇਆ ਜੀ। ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਜੀ ਉਦਣ ਜੀ। ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਵਾਲੇ ਦਿਨ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਜੀ। ਇੱਕ ਤੇ ਖੁਸ਼ੀ ਸਿੱਖਾਂ ਨੂੰ ਵੀ ਗੁਰਪੁਰਬ ਹੈ ਜੀ, ਤੇ ਦੂਜੀ ਸਾਹਿਬਜ਼ਾਦਾ ਜੀ ਦੇ ਜਨਮ ਦੀ ਖੁਸ਼ੀ ਹੋ ਗਈ ਜੀ। ਹਾਂਜੀ। ਸੁਨ ਗੰਗਾ ਭਈ ਆਨੰਦ ਗ੍ਰਹਿ। ਤੇ ਸਭ ਤੋਂ ਪਹਿਲਾਂ ਖਬਰ ਮਿਲੀ ਜੀ ਮਾਤਾ ਗੰਗਾ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਨੂੰ। ਤੇ ਜਿਹੜਾ ਬਾਲਕ ਜਨਮਿਆ ਉਹਨਾਂ ਦੇ ਦਾਦੀ ਜੀ ਨੂੰ ਜੀ। ਮਾਤਾ ਜੀ ਬਹੁਤ ਖੁਸ਼ ਹੋਏ ਜੀ। ਅਸਲ 'ਚ ਮਾਤਾ ਜੀ ਦੀ ਇੱਛਾ ਸੀਗੀ ਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਵਧੀ ਵੇਲ ਬਹੁ ਪੀੜ੍ਹੀ ਚਾਲੀ, ਤੇ ਸਾਡੀ ਵੇਲ ਕਦੋਂ ਵਧੇਗੀ। ਹਾਂਜੀ। ਦਾਸੀ ਦਾਸ ਫਿਰੈ ਉਤਲਾਏ। ਲਓ ਜੀ, ਜਿੰਨੇ ਸੇਵਕ ਬੀਬੀਆਂ ਸਿੱਖ ਸਾਰੇ ਭੱਜੇ ਹੀ ਫਿਰਦੇ ਜੀ ਖੁਸ਼ੀ ਵਿੱਚ। ਮੰਗਲ ਵਸਤ ਸੰਚ ਸਮੁਦਾਏ। ਤੇ ਖੁਸ਼ੀ ਦੇਣ ਵਾਲੀਆਂ, ਆਨੰਦ ਦੇਣ ਵਾਲੀਆਂ ਵਸਤੂਆਂ ਜਿਹੜੀਆਂ ਨਾ ਜੀ, ਉਹ ਫਿਰ ਘਰ ਵਿੱਚ ਇਕੱਠੀਆਂ ਹੋਣ ਲੱਗੀਆਂ ਜੀ। ਤੁਹਾਨੂੰ ਪਤਾ, ਬਾਲਕ ਦੇ ਜਨਮ ਦੀ ਖਬਰ ਨਹੀਂ ਆਨੰਦ ਲੈ ਆਂਦਾ ਜੀ ਸਾਰੇ ਕਿਤੇ। ਹਾਂਜੀ। ਆਪਸ ਮੈਂ ਕਹਿ ਹਰਖਤ ਹੋਤ। ਆਪਸ ਵਿੱਚ ਸਾਰੇ ਦੱਸ ਕੇ ਖੁਸ਼ ਹੁੰਦੇ, ਭਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਸਾਹਿਬਜ਼ਾਦਾ ਜੀ ਆਏ ਨੇ। ਹਾਂਜੀ। ਸਾਹਿਬਜ਼ਾਦਾ, ਸਾਹਿਬ ਜੀ ਦੇ ਪੁੱਤਰ ਸਾਹਿਬਜ਼ਾਦਾ ਜੀ ਆਏ ਆ। ਹਾਂਜੀ। ਸਭ ਕੁਟੰਬ ਕੇ ਆਨੰਦ ਉਦੋਤ। ਸਭ ਪਰਿਵਾਰ ਦੇ ਵਿੱਚ ਬੜਾ ਆਨੰਦ ਵਧਿਆ। ਬਾਬੇ ਸਾਈਂ ਦਾਸ ਜੀ ਹੋਣੀ ਤੇ ਖੁਸ਼ੀ ਬੜੇ ਵੀ ਇਹ ਖੁਸ਼ੀਆਂ ਭਰਿਆ ਸਮਾਂ ਸਾਡੇ ਘਰ ਵਿੱਚ ਆਇਆ ਜੀ। ਹਾਂਜੀ। ਗੁਰ ਢਿਗ ਸੁਧ ਕਹਿ ਧਨ ਗਨ ਪਾਇਓ। ਗੁਰੂ ਸਾਹਿਬ ਮਹਾਰਾਜ ਜੀ ਨੂੰ ਇੱਕ ਸਿੱਖ ਨੇ ਜਾ ਕੇ ਦੱਸਿਆ, ਮਹਾਰਾਜ ਆਪ ਜੀ ਨੂੰ ਵਧਾਈ ਹੋਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਘਰ ਸਾਹਿਬਜ਼ਾਦਾ ਜੀ ਆਏ ਨੇ, ਪੁੱਤਰ ਹੋਇਆ। ਮਹਾਰਾਜ ਨੇ ਉਸ ਸਿੱਖ ਨੂੰ ਨਿਹਾਲ ਕੀਤਾ, ਖੂਬ ਮਾਇਆ ਦਿੱਤੀ ਜੀ। ਕਿਉਂ? ਆਮ ਕੋਈ ਨਲਾਇਕ ਪੁੱਤ ਨਹੀਂ ਹੋਇਆ, ਇਹ ਵੀ ਜੰਮਿਆ ਪੂਤ ਭਗਤ ਗੋਬਿੰਦ ਕਾ ਹੈ ਜੀ। ਅੱਗੇ ਜਾ ਕੇ ਤੁਸੀਂ ਇਹਨਾਂ ਦਾ ਨਾਮ ਸੁਣੋਗੇ, ਖੁਸ਼ ਹੋਵੋਗੇ। ਹਾਂਜੀ। ਸਭਨ ਬਿਖੈ ਮੰਗਲ ਪ੍ਰਗਟਾਇਓ। ਸਾਰਿਆਂ ਵਿੱਚ ਹੀ ਬੜੀ ਖੁਸ਼ੀ ਵਰਤੀ। ਭਈ ਪ੍ਰਭਾਤੀ ਬੱਜੀ ਵਧਾਈ। ਦਿਨ ਚੜਿਆ, ਇੱਕਦਮ ਵਧਾਈਆਂ ਹੀ ਵਧਾਈਆਂ ਹੋ ਗਈਆਂ ਵੀ ਭਾਈ ਵਧਾਈਆਂ ਹੋਣ, ਗੁਰੂ ਜੀ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਹੋਏ, ਪੁੱਤਰ ਜੀ ਹੋਏ ਆ। ਜਿੰਨੀ ਸੰਗਤ ਤੁਸੀਂ ਕਥਾ ਸੁਣ ਰਹੇ, ਤੁਹਾਨੂੰ ਵੀ ਵਧਾਈਆਂ ਹੋਣ ਜੀ। ਹਾਂਜੀ। ਇਹ ਖੁਸ਼ੀਆਂ ਦੇ ਸਮੇਂ ਹੀ ਹੁੰਦੇ ਆ ਜੀ ਬਸ। ਹਾਂਜੀ। ਲਘੂ ਨੌਬਤ ਬਾਜਤ ਸ਼ਹਿਨਾਈ। ਛੋਟੀਆਂ ਨੌਬਤਾਂ ਹੁੰਦੀਆਂ ਜੀ। ਹਾਂਜੀ। ਤੂਤੀਆਂ ਨਫੀਰੀਆਂ ਉਹ ਘਰ ਵਿੱਚ ਵੱਜਣ ਲੱਗੀਆਂ। ਮੰਗਤ ਜਨ ਸੁਨ ਸੁਨ ਸਮੁਦਾਏ। ਤੇ ਫਿਰ ਉਦੋਂ ਮੰਗਣ ਵਾਲਿਆਂ ਦਾ ਤੇ ਪਤਾ ਹੀ ਨਹੀਂ ਹੁੰਦਾ ਜੀ ਕਿੰਨੇ ਕੁ ਆ ਜਾਂਦੇ ਹੁੰਦੇ ਸੀ ਜੀ। ਆ ਥੋੜੇ ਟਾਈਮ ਤੋਂ ਹੀ ਹਟੇ ਆ, ਹੁਣ ਵੀ ਆ ਜਾਂਦੇ ਤੇ ਵਿੱਚ ਜੀ। ਮੰਗਲ ਵਾਲੇ ਬੜੇ ਆਏ। ਜਾਚਨ ਹੇਤ ਗੁਰੂ ਤੇ ਆਏ। ਉਹ ਵੀ ਕਹਿੰਦੇ ਮਹਾਰਾਜ ਸਾਨੂੰ ਵੀ ਮਾਇਆ ਦਿਓ, ਸੱਚੇ ਪਾਤਸ਼ਾਹ ਤੁਹਾਡੇ ਘਰ ਪੁੱਤਰ ਹੋਇਆ। ਹਾਂਜੀ। ਜੇਠੇ ਸੰਗ ਕਹਿਓ ਧਨ ਲੀਜੈ। ਹਾਂਜੀ। ਗਨ ਮੰਗਤ ਜਨ ਕੋ ਬਹੁ ਦੀਜੈ। ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਭਾਈ ਜੇਠਾ ਜੀ ਲਾਗੇ ਬੈਠੇ, ਉਹ ਵੀ ਬੜੇ ਖੁਸ਼। ਮਹਾਰਾਜ ਕਹਿੰਦੇ ਜੇਠਾ ਜੀ ਜਿੰਨੇ ਕੋਈ ਮਾਇਆ ਮੰਗਦਾ ਨਾ, ਉਹਦੇ ਤੋਂ ਵੱਧ ਦਿਓ ਉਹਨੂੰ, ਕਹਿਣ ਲੱਗੇ। ਵਧਾਈਆਂ ਲੈਣ ਵਾਲੇ ਆ ਜਾਂਦੇ ਨਾ ਜੀ ਫਿਰ ਜੀ, ਵਧਾਈਆਂ ਲੈਣ ਵਾਲੇ। ਹਾਂਜੀ। ਲੈ ਤਬ ਇਕਲ ਥਾਨ ਥਰਿਓ ਹੈ। ਉਹ ਫਿਰ ਮਾਇਆ ਲੈ ਕੇ ਇੱਕ ਪਾਸੇ ਖਲੋ ਗਏ ਜੀ ਭਾਈ ਜੇਠਾ ਜੀ। ਹਾਂਜੀ। ਦੇ ਸਭ ਹਿਨ ਕੋ ਆਨੰਦ ਕਰਿਓ ਹੈ। ਤੇ ਸਾਰਿਆਂ ਨੂੰ ਮਾਇਆ ਵੰਡੀ ਜੀ, ਮਾਇਆ ਵੰਡੀ। ਬੜੇ ਆਨੰਦ ਵਰਤ ਰਹੇ ਆ। ਗੁਰੂ ਜੀ ਦੇ ਘਰ ਵਿੱਚ ਹੋਇਆ ਸਾਹਿਬਜ਼ਾਦਾ, ਗੁਰੂ ਜੀ ਖੁਸ਼ੀਆਂ ਵੰਡ ਰਹੇ, ਆਪਾਂ ਵੀ ਝੋਲੀਆਂ ਕਰੀਏ ਆਪਣੀਆਂ ਜੀ।
ਸੱਚੇ ਪਾਤਸ਼ਾਹ ਸਾਡੀਆਂ ਝੋਲੀਆਂ 'ਚ ਵੀ ਖੁਸ਼ੀਆਂ ਪਾਓ, ਰਹਿਮਤਾਂ ਪਾਓ। ਹਾਂਜੀ, ਘਰ ਦਰ ਅਗਰ ਹਿਜਰੇ ਨਾਚੈ। ਤੇ ਉਦੋਂ ਆਮ ਹੀ ਨੱਚਣ ਵਾਲੇ ਫਿਰ ਇਹ ਆ ਜਾਂਦੇ ਹੁੰਦੇ ਸੀਗੇ ਜੀ। ਫਿਰ ਪੰਕਤੀ ਪੜ੍ਹਦੇ ਹੋ, ਅਰਥ ਦਾ ਪਤਾ ਲੱਗਦਾ। ਦਰ ਘਰ ਅਗਰ ਹਿਜਰੇ ਨਾਚੈ। ਹਾਂ, ਘਰ ਦੇ ਦਰਵਾਜ਼ੇ ਦੇ ਅੱਗੇ ਨੱਚ ਰਹੇ ਸੀਗੇ ਜੀ ਉਹ। ਪਿਖੈ ਅਨੇਕ ਹਰਖ ਚਿਤ ਰਾਚੈ। ਫਿਰ ਉਹਨਾਂ ਨੂੰ ਲੋਕ ਵੇਖਣ ਲਈ ਇਕੱਠੇ ਹੋ ਗਏ ਜੀ। ਹਾਂਜੀ, ਢੋਲਕ ਟਲਕਾ ਘੁੰਗਰੂ ਤਾਲੀ। ਢੋਲਕੀ ਟਲਕਾ ਘੁੰਗਰੂ ਤੇ ਤਾੜੀਆਂ ਇਹ ਵੱਜ ਰਹੀਆਂ ਖੁਸ਼ੀ ਵਿੱਚ ਦੀ। ਗਾਏ ਬਜਾਵਤ ਲੇਤ ਭਵਾਲੀ। ਤੇ ਉਹ ਫਿਰ ਗਾ ਰਹੇ ਆ, ਜਿਹੜੇ ਆਏ ਨਾ ਨੱਚਣ ਵਾਲੇ ਜੀ, ਉਹ ਗਾ ਰਹੇ ਆ, ਪੁਆਂਟਣੀਆਂ ਲੈ ਰਹੇ ਆ, ਲੋਕ ਵੇਖਣ ਵਾਸਤੇ ਇਕੱਠੇ ਹੋ ਰਹੇ ਆ ਜੀ। ਹਾਂਜੀ, ਗੁੰਧਤ ਫੂਲਨ ਪਾਤ ਸੁਧਾਰੈ। ਹਾਂਜੀ, ਦਰ ਪਤ ਬਾਂਧੀ ਬੰਧਨ ਵਾਰੈ। ਪੱਤੇ ਤੇ ਫੁੱਲਾਂ ਦਾ ਇੱਕ ਮਾਲਾ ਬਣਾ ਕੇ ਦਰਵਾਜ਼ੇ ਤੇ ਬੰਨ੍ਹ ਦਿੱਤੀ ਜੀ। ਹਾਂਜੀ, ਅਸਲ 'ਚੋਂ ਨਿੰਮ ਦੇ ਪੱਤੇ, ਅੰਬ ਦੇ ਪੱਤੇ ਬੰਨ੍ਹਦੇ ਹੁੰਦੇ ਸੀਗੇ ਜੀ। ਮੱਛਰ ਮੁੱਛਰ ਨਾ ਅੰਦਰ ਜਾਵੇ, ਜ਼ਹਿਰੀਲੀ ਚੀਜ਼ ਨਾ ਅੰਦਰ ਜਾਵੇ ਜੀ। ਹਾਂਜੀ, ਜੇਠਾ ਸੁੱਤ ਜਨਮਿਓ ਵੱਡ ਭਾਗੀ। ਤੇ ਸਾਰੇ ਕਹਿੰਦੇ ਭਾਈ ਅੱਜ ਮਹਾਰਾਜ ਜੀ ਦੇ ਘਰ ਪਹਿਲਾ ਪੁੱਤਰ ਹੋਇਆ, ਕਹਿਣ ਲੱਗੇ ਜੇਠਾ ਪੁੱਤ ਹੋਇਆ। ਹਾਂਜੀ, ਗਾਵਤ ਮਿਲੀ ਤ੍ਰਿਐ ਅਨੁਰਾਗੀ। ਸਭ ਇਸਤਰੀਆਂ ਬਹੁਤ ਖੁਸ਼ੀ ਦੇ ਵਿੱਚ ਗਾ ਰਹੀਆਂ ਹਨ। ਆਨ ਆਨ ਗਨ ਦੇਤ ਵਧਾਈ। ਆ ਕੇ ਵਧਾਈਆਂ ਦਿੰਦੀਆਂ। ਮਾਤਾ ਗੰਗਾ ਜੀ ਤੁਹਾਨੂੰ ਵਧਾਈ ਹੋਵੇ, ਤੁਹਾਡੇ ਘਰ ਪੋਤਰਾ ਹੋਇਆ। ਸੁਨ ਸੁਨ ਮੋਦ ਗੰਗ ਉਰ ਪਾਈ। ਤੇ ਮਾਤਾ ਗੰਗਾ ਜੀ ਫਿਰ ਵਧਾਈਆਂ ਲੈ ਲੈ ਕੇ ਬਹੁਤ ਹੀ ਖੁਸ਼ ਹੁੰਦੇ। ਦਾਦੀ ਨੂੰ ਤੇ ਫਿਰ ਬਹੁਤਾ ਹੀ ਚਾਅ ਹੁੰਦਾ ਨਾ ਜੀ। ਹਾਂਜੀ, ਜੋ ਕੁਲ ਰੀਤ ਹੁਤੀ ਸਭ ਕੀਨੀ। ਜੋ ਕੁਲ ਦੀ ਮਰਿਆਦਾ ਸੀ ਮਾਤਾ ਜੀ ਨੇ ਸਾਰੀ ਉਹ ਕੀਤੀ। ਜਥਾ ਜੋਗ ਵਥ ਤ੍ਰਿਯਨ ਦੀਨੀ। ਤੇ ਬੀਬੀਆਂ ਨੂੰ ਵੀ ਮਾਇਆ ਵੰਡੀ ਦੀ ਖੂਬ। ਹਾਂਜੀ, ਸਾਈਂ ਦਾਸ ਪ੍ਰਿਥਕ ਧਨ ਬਾਂਟਾ। ਲਓ ਜੀ, ਖੁਸ਼ੀ ਹੈ ਨਾ ਜੀ ਆਪੋ ਆਪਣੀ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਵੱਲੋਂ ਭਾਈ ਜੇਠਾ ਜੀ ਮਾਇਆ ਵੰਡ ਰਹੇ ਆ, ਮਾਤਾ ਗੰਗਾ ਜੀ ਵੱਖਰੀ ਮਾਇਆ ਵੰਡ ਰਹੇ ਆ। ਤੇ ਜਿਨ੍ਹਾਂ ਦੇ ਘਰ ਵਿੱਚ ਚਰਨ ਪਾਏ ਮਹਾਰਾਜ ਨੇ ਬਾਬਾ ਸਾਈਂ ਦਾਸ ਜੀ, ਉਹ ਵੱਖਰੀ ਮਾਇਆ ਵੰਡਣ ਦਾ ਜੀ। ਬਾਬਾ ਸਾਈਂ ਦਾਸ ਜੀ ਗੁਰੂ ਜੀ ਦੇ ਸਾਂਢੂ ਨੇ ਜੀ। ਹਾਂਜੀ, ਤੇ ਜਿਹੜਾ ਬਾਲਕ ਜਨਮਿਆ ਉਹ ਦੱਸੋ ਫਿਰ ਕੀ ਲੱਗਾ ਜੀ ਬਾਬਾ ਸਾਈਂ ਦਾਸ ਜੀ ਦਾ? ਕੀ ਰਿਸ਼ਤਾ ਹੋਇਆ ਜੀ? ਭਣੇਵੇਂ ਹੋਏ। ਆਖੋ ਵਾਹਿਗੁਰੂ। ਭਣੇਵੇਂ ਹੀ ਲੱਗੇ ਜੀ। ਹਾਂਜੀ, ਰਾਮੋ ਜੁਤ ਵੱਡ ਮੰਗਲ ਠਾਟਾ। ਤੇ ਬੀਬੀ ਰਾਮੋ ਜੀ ਸਾਈਂ ਦਾਸ ਜੀ ਦੀ ਪਤਨੀ ਹੈ, ਮਾਤਾ ਦਮੋਦਰੀ ਜੀ ਦੀ ਭੈਣ। ਇਹ ਕੀ ਲੱਗੀ ਜੀ? ਮਾਸੀ ਹੈ ਨਾ। ਉਹ ਮਾਸੀ ਤੇ ਬਾਬਾ ਸਾਈਂ ਦਾਸ ਜੀ ਮਾਸੜ ਦੀ ਲੱਗੇ ਜੀ। ਫਿਰ ਜੀ ਉਹਨਾਂ ਵੀ ਖੂਬ ਧਨ ਵੰਡਿਆ। ਗੰਗ ਮਾਤ ਕੋ ਦੇਨ ਵਧਾਈ। ਮਾਤਾ ਗੰਗਾ ਜੀ ਨੂੰ ਵਧਾਈਆਂ ਦਿੱਤੀਆਂ। ਗੁਰ ਢਿਗ ਕਹਿਤ ਸੁਨਤ ਹਰ ਖਾਈ। ਤੇ ਮਹਾਰਾਜ ਨੂੰ ਤੇ ਜਾ ਕੇ ਕਹਿੰਦਿਆਂ ਵੀ ਸੰਗ ਆਉਂਦੀ ਵੀ ਮਹਾਰਾਜ ਤੁਹਾਨੂੰ ਵਧਾਈ ਹੋਵੇ ਜੀ। ਕਿਉਂ ਪ੍ਰਭਾਵ ਬੜਾ ਨਾ ਜੀ ਛੇਵੇਂ ਪਾਤਸ਼ਾਹ ਜੀ ਦਾ ਜੀ। ਹਰ ਇੱਕ ਦੀ ਪਹੁੰਚ ਨਹੀਂ ਉੱਥੇ ਜਾਣ ਦੀ ਜੀ। ਹਾਂਜੀ, ਇਤਿਆਦਿਕ ਵੱਡ ਉਤਸਵ ਕੀਨਾ। ਇਸ ਤਰੀਕੇ ਨਾਲ ਬਹੁਤਾ ਹੀ ਚਾਅ ਘਰ ਵਿੱਚ ਕੀਤਾ ਗਿਆ। ਰੰਕਨ ਕੋ ਧਨ ਅਨਗਨ ਦੀਨਾ। ਮੰਗਣ ਵਾਲਿਆਂ ਨੂੰ, ਗਰੀਬਾਂ ਨੂੰ ਕਿੰਨਾ ਕੁ ਧਨ ਦਿੱਤਾ, ਕੋਈ ਕਮੀ ਨਹੀਂ ਜੀ। ਸਾਈਂ ਦਾਸ ਜੀ ਵੱਖਰਾ ਦੇਣ ਦੇ, ਰਾਮੋ ਜੀ ਵੱਖਰਾ, ਜੇਠਾ ਜੀ ਵੱਖਰਾ ਤੇ ਗੰਗਾ ਜੀ ਵੱਖਰਾ ਧਨ ਦੇ ਰਹੇ। ਹਾਂਜੀ, ਸੁਨ ਸੁਨ ਅਪਰ ਗ੍ਰਾਮ ਤੇ ਆਵੇ। ਸੁਣ ਸੁਣ ਕੇ ਪਿੰਡਾਂ ਤੋਂ ਲੋਕ ਆ ਰਹੇ ਹਨ। ਹਿਰਦੇ ਆਨੰਦਤ ਬਾਕ ਸੁਨਾਵੇ। ਬੜੇ ਹੀ ਖੁਸ਼ ਹੋ ਕੇ ਕਹਿ ਰਹੇ ਗੁਰੂ ਹਰਗੋਬਿੰਦ ਸਾਹਿਬ ਘਰ ਪੁੱਤ ਹੋਇਆ, ਕਹਿਣ ਲੱਗੇ। ਹਾਂਜੀ, ਰਾਮਦਾਸ ਗੁਰ ਕੋ ਵੱਡ ਬੰਸ। ਵੰਸ਼ ਕਿਹੜੀ ਹੈ ਇਹ? ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਕੁਲ ਹੈ। ਹਾਂਜੀ, ਗੁਰੂ ਰਾਮਦਾਸ ਸਾਹਿਬ ਜੀ ਦੇ ਪੋਤਰੇ ਨੇ ਗੁਰੂ ਹਰਗੋਬਿੰਦ ਸਾਹਿਬ। ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਤੇ ਇਹ ਹੁਣ ਜਿਹੜਾ ਬਾਲਕ ਜਨਮਿਆ ਇਹ ਪੜਪੋਤਰਾ ਲੱਗਾ ਜੀ। ਹਾਂਜੀ, ਸਗਰੇ ਸੋਢਿਨ ਕੋ ਅਤਵੰਸ਼। ਸਾਰੇ ਸੋਢੀਆਂ ਦਾ ਕੁੱਲ ਵਧੀਆ ਹੈ। ਹਾਂਜੀ, ਗੁਰ ਅਰਜਨ ਕੋ ਉਦਤਿਓ ਸਪੂਤ। ਹਾਂਜੀ, ਮਾਇਆ ਮੈਂ ਅਲੇਪ ਅਵਧੂਤ। ਕਹਿਣ ਲੱਗੇ ਪਹਿਲਾਂ ਹੀ ਬੜੀ ਵੱਡੀ ਖੁਸ਼ੀ ਸੀ। ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਦੇ ਘਰ ਵਿੱਚ ਸਪੁੱਤਰ ਦਾ ਜਨਮ ਹੋਇਆ ਸੀ। ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਜਿਹੜੇ ਮਾਇਆ ਤੋਂ ਨਿਰਲੇਪ ਨੇ ਜੀ। ਹਾਂਜੀ, ਜੋਧਾ ਗੁਰੂ ਜਗਤ ਕੋ ਮਾਲਿਕ। ਜਿਹੜੇ ਬੜੇ ਵੱਡੇ ਯੋਧੇ ਨੇ
ਤੇ ਮਾਲਕ ਨੇ ਜਗਤ ਦੇ। ਹਾਂਜੀ, ਸਭਨ ਜੀਵ ਕਾ ਤੁਮਰੇ ਤਾਲਿਕ। ਤੇ ਆ ਕੇ ਵਧਾਈਆਂ ਲੋਕ ਦਿੰਦੇ ਐ, ਹੇ ਜੋਧੇ ਸੂਰਮੇ ਸੱਚੇ ਪਾਤਸ਼ਾਹ, ਸਾਰੇ ਸੰਸਾਰ ਦੀ ਰੋਜੀ ਤੁਹਾਡੇ ਹੱਥ ਵਿੱਚ ਹੀ ਹੈਗੀ ਹੈ। ਇਹ ਮਹਾਰਾਜ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ। ਹਾਂਜੀ, ਅਲਪ ਘਨੀ ਦੇਤੇ ਸਭ ਤਾਈ, ਹਾਂਜੀ। ਰਾਵਰ ਦਾਤ ਸਰਬ ਲੇਖਾਈ। ਮਹਾਰਾਜ ਆਪ ਜੀ ਦੇ ਕੋਲੋਂ ਹੀ ਸਾਰੇ ਦਾਤਾਂ ਲੈ ਲੈ ਕੇ ਛਕ ਰਹੇ ਆ। ਇੰਦਰ ਵਰਗੇ ਵੀ ਜਿਹੜੇ ਸਨ ਨਾ ਮਹਾਰਾਜ, ਉਹ ਵੀ ਤੁਹਾਡੇ ਜਿੰਨੇ ਵੱਡੇ ਖੁੱਲ੍ਹ ਦਿਲੇ ਨਹੀਂ ਹੈਗੇ ਜੀ। ਤੁਸੀਂ ਮਹਾਰਾਜ ਬੜੀਆਂ ਵੱਡੀਆਂ ਦਾਤਾਂ ਦੇਣ ਵਾਲੇ ਹੋ। ਹਾਂਜੀ, ਸੁਨ ਸੁਨ ਜਸ ਸ਼੍ਰੀ ਹਰਗੋਬਿੰਦ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਉਹਨਾਂ ਦੀਆਂ ਗੱਲਾਂ ਸੁਣ ਕੇ ਬਖਸ਼ਤ ਦਰਬ ਦਿਆਲ ਬਖਸ਼ਿੰਦ। ਮਹਾਰਾਜ ਖੁਸ਼ ਹੋਏ ਤੇ ਉਹਨਾਂ ਨੂੰ ਵੀ ਮਾਇਆ ਵੰਡੀ। ਫਿਰ ਮਹਾਰਾਜ ਨੇ, ਮਹਾਰਾਜ ਕਹਿੰਦੇ ਮਾਇਆ ਦਿਓ ਸਾਰਿਆਂ ਨੂੰ ਜੀ। ਹਾਂਜੀ, ਮਾਇਆ ਦੀ ਤੇ ਕਮੀ ਨਹੀਂ ਹੈਗੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਘਰ ਵਿੱਚੋਂ ਆ ਕੇ ਤੇ ਪ੍ਰਾਪਤ ਕਰਨਾ ਸਾਰਿਆਂ ਨੇ ਜੀ। ਮਾਇਆ ਦੀ ਤੇ ਕਮੀ ਨਹੀਂ ਹੈਗੀ ਸਾਧ ਸੰਗਤ ਜੀ। ਹਾਂਜੀ, ਪਿੱਛੇ ਜੇ ਗੁਰਪੁਰਬ ਮਨਾਇਆ ਜੀ ਆਪਾਂ, ਹੁਣੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਤੇ ਸਿੰਘ ਘਰਾਂ ਘਰਾਂ ਚੋਂ ਜਾ ਕੇ ਪੈਸੇ ਇਕੱਠੇ ਕਰਦੇ ਹੁੰਦੇ ਸੀਗੇ ਜੀ। ਅਸੀਂ ਕਿਹਾ ਵੀ ਪ੍ਰੈਕਟੀਕਲ ਕਰੀਏ। ਹਾਂਜੀ, ਤੇ ਮਹਾਰਾਜ ਦੇ ਭਰੋਸੇ ਅਸੀਂ ਨਹੀਂ ਗਏ ਜੀ। ਤੇ ਜਿੰਨੀ ਘਰਾਂ ਚੋਂ ਮਾਇਆ ਇਕੱਠੀ ਕਰਨੀ ਨਾ ਜੀ, ਉਹਦੇ ਨਾਲੋਂ ਦੂਣੀ ਇੱਥੇ ਬੈਠਿਆਂ ਹੀ ਹੋ ਗਈ ਜੀ। ਹਾਂਜੀ, ਹੁਣ ਤੁਸੀਂ ਦੱਸੋ ਵੀ ਭਰੋਸਾ ਵੱਡਾ ਕਿ ਲੈ ਕੇ ਰਸੀਦਾਂ ਤੁਰੇ ਫਿਰੋ ਘਰਾਂ ਘਰਾਂ 'ਚ ਜੀ। ਹਾਂਜੀ, ਜਿਹੜੇ ਪਿਆਰ ਵਾਲੇ ਉਹ ਇੱਥੇ ਹੀ ਸਭ ਕੁਝ ਦੇ ਜਾਂਦੇ ਜੀ। ਗੁਰੂ ਘਰ ਚੋਂ ਤੇ ਲੈਣਾ ਸਾਰਿਆਂ ਨੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਗੁਰੂ ਘਰ ਵਾਲੇ ਤੁਰੇ ਫਿਰਨ ਜੀ ਵੀ ਆਓ ਆਓ ਦਿਓ ਸਾਨੂੰ। ਹਾਂਜੀ, ਗੁਰੂ ਘਰ ਚੋਂ ਤੇ ਦਾਤਾਂ ਮਿਲਦੀਆਂ ਸਾਰਿਆਂ ਨੂੰ। ਮਹਾਰਾਜ ਨੇ ਸਾਰਿਆਂ ਨੂੰ ਬਖਸ਼ਿਸ਼ਾਂ ਵੰਡੀਆਂ। ਸੁਤ ਜਨਮਤ ਉਤਸਵ ਇਮਕੀਨਾ। ਜਦੋਂ ਪੁੱਤਰ ਜਨਮਿਆ ਬਹੁਤਾ ਹੀ ਉਤਸਵ ਹੋਇਆ। ਜਥਾ ਜੋਗ ਜਨ ਗਨ ਧਨ ਦੀਨਾ। ਹਾਂਜੀ, ਕਰਨ ਲਗੇ ਸੁਤ ਕੀ ਪ੍ਰਿਤ ਪਾਰੇ, ਪੋਤਰਾ ਪਿਖੈ ਗੰਗ ਮੁੱਦ ਧਾਰੇ। ਤੇ ਸਾਧ ਸੰਗਤ ਜੀ ਫਿਰ ਦਿਨ ਤਰੋਦ ਸਮੇਂ ਸਾਰੇ ਵੇਖਣ ਆਉਂਦੇ ਜੀ ਪੁੱਤਰ ਨੂੰ। ਸਰੀਰ ਬੜਾ ਬਲੀ। ਵੇਖੋ ਨਾ ਜੀ, ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤ ਹੈ, ਕੋਈ ਛੋਟੀ ਗੱਲ ਥੋੜੀ ਹੈ। ਹਾਂਜੀ, ਦਿਨ ਤਰੋਦਸ਼ਮੇ ਕਰ ਕੁਲ ਰੀਤ। ਹਾਂਜੀ, ਹੇਰ ਹੇਰ ਕਰ ਹਰਖਤ ਚੀਤ। ਤੇ 13ਵਾਂ ਦਿਨ ਹੋ ਗਿਆ ਜੀ। 13ਵਾਂ ਦਿਨ। ਹਾਂਜੀ, ਸਵਾ ਮਾਸ ਜਬ ਬਿਤਵਨ ਕਰਿਓ। ਤੇ ਸਵਾ ਮਹੀਨਾ ਲੰਘ ਗਿਆ ਜੀ। ਸਵਾ ਮਹੀਨਾ ਲੰਘ ਗਿਆ ਤੇ ਜਦੋਂ ਸਵਾ ਕੁ ਮਹੀਨਾ ਲੰਘ ਗਿਆ ਨਾ, ਤੁਹਾਨੂੰ ਪਤਾ ਬੱਚਿਆਂ ਨੂੰ ਸਾਰੇ ਕੋਈ ਕਾਕਾ ਕਹਿੰਦਾ ਹੋਏਗਾ, ਕੋਈ ਕੁਝ ਕਹਿੰਦਾ ਹੋਏਗਾ ਜੀ, ਕੋਈ ਸਾਹਿਬਜ਼ਾਦਾ ਜੀ ਕਹਿੰਦਾ ਹੋਏਗਾ। ਤੇ ਮਾਤਾ ਗੰਗਾ ਜੀ, ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ, ਕਹਿੰਦੇ ਮਹਾਰਾਜ ਆਪ ਜੀ ਦੇ ਘਰ ਪਹਿਲਾ ਪੁੱਤਰ ਹੋਇਆ ਏ ਤੇ ਮਹਾਰਾਜ ਇਹਦਾ ਨਾਮ ਕੀ ਰੱਖਣਾ? ਤੇ ਸੱਚੇ ਪਾਤਸ਼ਾਹ ਕਹਿੰਦੇ ਆ ਗੁਰ ਦਿੱਤਾ ਗੁਰ ਆਖੇ ਧਰਿਓ। ਮਹਾਰਾਜ ਕਹਿਣ ਲੱਗੇ ਇਹ ਪੁੱਤਰ ਗੁਰੂ ਨਾਨਕ ਸਾਹਿਬ ਨੇ ਦਿੱਤਾ ਸਾਨੂੰ। ਕਹਿਣ ਲੱਗੇ ਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਵਾਲੇ ਦਿਨ ਹੋਇਆ। ਕਹਿਣ ਲੱਗੇ ਗੁਰੂ ਨੇ ਦਿੱਤਾ, ਇਸ ਕਰਕੇ ਇਹਨਾਂ ਦਾ ਨਾਮ ਗੁਰਦਿੱਤਾ। ਆਖੋ ਧੰਨ ਧੰਨ ਬਾਬਾ ਗੁਰਦਿੱਤਾ ਜੀ। 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 ਜਦੋਂ ਜਾਈਏ ਨਾ ਜੀ ਕੀਰਤਪੁਰ ਸਾਹਿਬ ਤੇ ਬਾਬਾ ਜੀ ਦਾ ਸਥਾਨ ਉੱਤੇ ਲਿਖਿਆ ਧੰਨ ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਇਹ ਬਾਬਾ ਗੁਰਦਿੱਤਾ ਜੀ ਵੀ ਬੜੀ ਵੱਡੀ ਹਸਤੀ ਨੇ। ਬਾਬਾ ਗੁਰਦਿੱਤਾ ਜੀ ਕੋਈ ਛੋਟੀ ਗੱਲ ਨਹੀਂ। ਚ ਗੱਜ ਕੇ ਸਾਰੇ ਹੀ ਕਹਿ ਦਿਓ ਧੰਨ ਧੰਨ ਬਾਬਾ ਗੁਰਦਿੱਤਾ ਜੀ। ਧੰਨ ਧੰਨ ਬਾਬਾ ਗੁਰਦਿੱਤਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਦਿੱਤਾ, ਇਸ ਕਰਕੇ ਇਹ ਗੁਰਦਿੱਤਾ ਕਹਿਣ ਲੱਗੇ। ਹਾਂਜੀ, ਪਿਤਾ ਨਿਕਟ ਜਬ ਲੈ ਕਰ ਆਏ, ਦਾਸੀ ਦਾਸ ਸੰਗ ਸਮੁਦਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਫਿਰ ਬਾਬਾ ਗੁਰਦਿੱਤਾ ਜੀ ਨੂੰ ਲੈ ਕੇ ਆਏ। ਸ਼੍ਰੀ ਹਰਗੋਬਿੰਦ ਨੰਦਨ ਹੇਰਾ, ਕਰਿਓ ਪਿਆਰ ਸਿਰ ਪਰ ਕਰ ਫੇਰਾ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਫਿਰ ਪਿਆਰ ਕੀਤਾ ਤੇ ਵੇਖੋ ਰਹਿਮਤਾਂ ਬਖਸ਼ਿਸ਼ਾਂ
ਮਹਾਰਾਜ ਜੀ ਦੀ ਜਦੋਂ ਝੋਲੀ 'ਚ ਆਏ ਨਾ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਪਿਆਰ ਨਾਲ ਸਿਰ ਤੇ ਹੱਥ ਫੇਰਿਆ ਜੀ। ਗੁਰੂ ਦਾ ਹੱਥ ਸਿਰ ਤੇ ਰਖਾਉਣ ਦੀ ਤੇ ਬੰਦਾ ਤਰਸਦਾ ਜੀ। ਇਹਦਾ ਮਤਲਬ ਇਹ ਜਿਹੜਾ ਪੁੱਤਰ ਬਣ ਕੇ ਆਇਆ, ਜੋ ਗੁਰੂ ਸਾਹਿਬ ਦੇ ਘਰ ਜਿਨ੍ਹਾਂ ਦਾ ਜਨਮ ਪੁੱਤਰ ਬਣ ਕੇ ਹੋਇਆ, ਇਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਬਹੁਤ ਵੱਡੀ ਭਗਤੀ ਹੈ। ਜੰਮਦਿਆਂ ਹੀ ਗੁਰੂ ਜੀ ਦਾ ਹੱਥ ਉਹਨਾਂ ਦੇ ਸਿਰ ਤੇ ਹੋ ਗਿਆ ਜੀ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਹਾਂਜੀ। ਸ਼੍ਰੀ ਗੁਰ ਸੁਤ ਦੀਨਸ ਅਭਿਰਾਮੋ। ਮਹਾਰਾਜ ਕਹਿਣ ਲੱਗੇ ਗੁਰੂ ਸਾਹਿਬ ਨੇ ਸਾਨੂੰ ਪੁੱਤਰ ਦਿੱਤਾ, ਐਡਾ ਸੋਹਣਾ। ਕਹਿਣ ਲੱਗੇ ਹੁਣ ਵੇਖੋ ਨਾ ਜੀ, ਜਿੱਦਾਂ ਪਿਓ ਸੋਹਣਾ, ਪਿਤਾ ਸੋਹਣਾ, ਪੁੱਤ ਵੀ ਸੋਹਣਾ ਹੀ ਹੋਏਗਾ ਨਾ ਜੀ। ਤੇ ਬਾਬਾ ਗੁਰਦਿੱਤਾ ਜੀ ਵੀ ਬੜੇ ਸੋਹਣੇ ਹੈਗੇ ਜੀ। ਹਾਂਜੀ। ਗੁਰ ਦਿੱਤਾ ਜਾਂ ਤੇ ਧਰ ਨਾਮੂ, ਇਸ ਕਰਕੇ ਆਪਾਂ ਗੁਰਦਿੱਤਾ ਨਾਮ ਰੱਖਿਆ। ਕਹਿਣ ਲੱਗੇ ਗੁਰਦਿੱਤਾ ਨਾਮ ਰੱਖਿਆ ਇਹਨਾਂ ਦਾ। ਹਾਂਜੀ। ਕਿਤਕ ਲੋਕ ਇਮ ਕਰਤ ਉਚਾਰ, ਤੇ ਕਈ ਸਿੱਖ ਦੇ ਨਾ ਜੀ ਇਹ ਫਿਰ ਉਚਾਰਦੇ ਆ, ਇਹ ਗੱਲ ਕਹਿੰਦੇ ਆ। ਹਾਂਜੀ। ਸ਼੍ਰੀ ਨਾਨਕ ਕੋ ਇਹ ਅਵਤਾਰ, ਵੀ ਭਾਈ ਬਾਬਾ ਗੁਰਦਿੱਤਾ ਜੀ ਤੇ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਨੇ, ਉਸੇ ਦਿਨ ਹੀ ਆਏ ਨਾ ਜੀ। ਹਾਂਜੀ। ਨਹਿ ਕਿਮ ਕਰਹੁ ਅਨਉਚਿਤ ਮਹਾਨ, ਨਹਿ ਕਿਮ ਕਹੋ ਅਨਉਚਿਤ ਮਹਾਨ, ਹੋਏ ਨਾ ਗੁਣ ਅਵਗੁਣ ਪਹਿਚਾਨ। ਕਹਿਣ ਲੱਗੇ ਇਸ ਤਰ੍ਹਾਂ ਕਈ ਕਹਿੰਦੇ ਨਹੀਂ ਨਹੀਂ, ਗੁਰੂ ਨਾਨਕ ਸਾਹਿਬ ਵਰਗੇ ਨਾ ਕਹੋ, ਗੁਰੂ ਨਾਨਕ ਸਾਹਿਬ ਵਰਗੇ ਤੇ ਉਹੋ ਹੀ ਸੀਗੇ। ਪਰ ਫਿਰ ਵੀ ਪਿਆਰ ਵਾਲੇ ਕਹਿੰਦੇ ਨਹੀਂ ਨਹੀਂ, ਬਾਬਾ ਗੁਰਦਿੱਤਾ ਜੀ ਉਸੇ ਦਿਨ ਆਏ ਸੀ। ਸਾਧ ਸੰਗਤ ਜੀ 5 ਪੁੱਤਰ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਘਰ, ਤੇ 5 ਪੁੱਤਰਾਂ ਵਿੱਚੋਂ ਇੱਕ ਬਾਬਾ ਗੁਰਦਿੱਤਾ ਜੀ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਬਾਬਾ ਕਹਿ ਕੇ ਸੱਦਦੇ ਹੁੰਦੇ ਸੀਗੇ ਜੀ। ਹਾਂਜੀ। ਅੱਗੇ ਜਾ ਕੇ ਕਥਾ ਸੁਣੋਗੇ। ਗੁਰੂ ਤੇਗ ਬਹਾਦਰ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਸਾਰਿਆਂ ਦੇ ਜਨਮ ਹੋਣੇ। ਪਰ ਬਾਬਾ ਗੁਰਦਿੱਤਾ ਜੀ ਨੂੰ ਨਾ ਸੱਚੇ ਪਾਤਸ਼ਾਹ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਜੀ। ਜਦੋਂ ਬਾਬਾ ਗੁਰਦਿੱਤਾ ਜੀ ਨੇ ਮਹਾਰਾਜ ਦੇ ਕੋਲ ਆਉਣਾ ਨਾ ਜੀ, ਤੇ ਮਹਾਰਾਜ ਨੇ ਕਹਿਣਾ ਆਓ ਬਾਬਾ ਜੀ ਬੈਠੋ। ਹਾਂਜੀ। ਉਹਦਾ ਫਿਰ ਕਾਰਨ 2-3 ਕਾਰਨ ਨੇ। ਚਲੋ ਇੱਕ ਕਾਰਨ ਆਪ ਜੀ ਹੁਣ ਸੁਣ ਲਓ, ਫਿਰ ਅੱਗੇ ਕਥਾ 'ਚ ਅੱਗੇ ਗੱਲਾਂ ਆਈ ਜਾਣੀਆਂ ਨੇ ਸਾਰੀਆਂ। ਬਾਬਾ ਗੁਰਦਿੱਤਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਸਤਿਕਾਰ ਨਾਲ ਬਾਬਾ ਇਸ ਕਰਕੇ ਵੀ ਕਹਿੰਦੇ ਸੀਗੇ, ਕਿਉਂਕਿ ਇਹਨਾਂ ਦੇ ਘਰ ਹੀ ਸਾਡੇ 7ਵੇਂ ਪਾਤਸ਼ਾਹ ਦਾ ਆਗਮਨ ਹੋਣਾ ਹੈ ਜੀ। ਇਹ ਗੁਰੂ ਹਰ ਰਾਏ ਸਾਹਿਬ ਜੀ ਦੇ ਪਿਤਾ ਜੀ ਵੀ ਨੇ ਜੀ। ਬਾਬਾ ਗੁਰਦਿੱਤਾ ਜੀ ਹੈ ਨਾ ਜਿਹੜੇ, ਇਹ ਗੁਰੂ ਹਰ ਰਾਏ ਸਾਹਿਬ ਜੀ ਦੇ ਪਿਤਾ ਜੀ ਵੀ ਹੈਗੇ ਨੇ ਜੀ। ਤੇ ਮਹਾਰਾਜ ਨੂੰ ਤੇ ਪਤਾ ਨਾ ਵੀ ਅੱਗੋਂ ਹੁਣ ਅੱਜ ਇਹ ਸਾਡੇ ਪੁੱਤਰ ਨੇ, ਇਹਨਾਂ ਦੇ ਘਰ ਜਿਹੜਾ ਪੁੱਤਰ ਹੋਏਗਾ ਉਹ ਗੁਰੂ ਬਣੇਗਾ ਜੀ। ਤੇ ਗੁਰੂ ਦੇ ਪਿਤਾ ਦਾ ਵੀ ਸਤਿਕਾਰ ਹੈ। ਇਸ ਕਰਕੇ ਮਹਾਰਾਜ ਬਾਬਾ ਗੁਰਦਿੱਤਾ ਜੀ ਵੀ ਸ਼ਬਦ ਵਰਤਦੇ ਹੁੰਦੇ ਸੀਗੇ ਜੀ। ਹਾਂਜੀ। ਜਿਸ ਕਾਰਨ ਤੇ ਉਚਰਨ ਲਾਗੇ, ਸੋ ਪੀ ਕਹਾਂ ਸੁਨੋ ਅਨੁਰਾਗੇ। ਬਾਕੀ ਬਾਬਾ ਕਿਉਂ ਕਹਿੰਦੇ ਆ, ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਇੱਕ ਹੋਰ ਕਾਰਨ ਹੈ, ਉਹ ਵੀ ਸੁਣ ਲਓ। ਇੱਕ ਦਿਨ ਮੈਂ ਹੈ ਸ਼੍ਰੀ ਹਰਗੋਬਿੰਦ, ਇੱਕ ਦਿਨ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਸਾਰੇ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਮਿਲੇ ਕਹੂੰ ਬੈਠੇ ਸ਼੍ਰੀ ਚੰਦ, ਉਹ ਬਾਬਾ ਸ੍ਰੀ ਚੰਦ ਜੀ ਨੂੰ ਮਿਲੇ ਜੀ, ਸਤਿਗੁਰੂ ਜੀ ਦੇ ਵੱਡੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੇ ਜੀ। ਹਾਂਜੀ। ਕਰ ਬੰਧਨ ਤਬ ਥਿਰੇ ਅਗਾਰੀ। ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਨੂੰ ਮੱਥਾ ਟੇਕਿਆ ਜੀ। ਉਮਰ 'ਚ ਵੀ ਵੱਡੇ ਸੀਗੇ ਜੀ ਬਾਬਾ ਸ੍ਰੀ ਚੰਦ ਜੀ, ਤੇ ਮਹਾਰਾਜ ਜੀ ਸਾਹਮਣੇ ਬੈਠ ਗਏ। ਹਾਂਜੀ। ਸ੍ਰੀ ਨਾਨਕ ਸੁਤ ਗਿਰਾ ਉਚਾਰੀ। ਤੇ ਬਾਬਾ ਜੀ ਬਾਬਾ ਸ੍ਰੀ ਚੰਦਰ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੰਝ ਕਹਿਣ ਲੱਗੇ, ਕੇਤਿਕ ਨੰਦਨ ਭਏ ਤੁਮਾਰੇ। ਇਹ ਅੱਗੇ ਜਾ ਕੇ ਕਥਾ ਹੋਣੀ ਸੀ, ਭਾਈ ਸੰਤੋਖ ਸਿੰਘ ਜੀ ਨੇ ਇੱਥੇ ਲਿਖੀ ਹੈ। ਬਾਬਾ ਸ੍ਰੀ ਚੰਦ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਜੀ ਕਿੰਨੇ ਪੁੱਤ ਹੋਏ ਨੇ ਤੁਹਾਡੇ ਘਰ। ਹਾਂਜੀ। ਗੁਰੂ ਭਏ ਸਭ ਜਗਤ ਮਝਾਰੇ। ਸਾਰੇ ਜਗਤ ਦੇ ਗੁਰੂ ਹੋ, ਕਿੰਨੇ ਪੁੱਤਰ ਨੇ। ਇਹ ਕਈ ਸਾਲਾਂ ਬਾਅਦ ਘਟਨਾ ਵਰਤੀ ਸੀਗੀ ਜੀ। ਹਾਂਜੀ। ਹਾਥ ਜੋੜ ਬੋਲੇ ਗੁਰ ਭਾਰੀ। ਤੇ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਹੱਥ ਜੋੜ ਕੇ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ, ਪੰਜ ਪੁੱਤਰ ਭੇ ਕਿਰਪਾ ਤੁਮਹਾਰੀ। ਕਹਿੰਦੇ ਜੀ ਤੁਹਾਡੀ ਮਿਹਰ ਹੈ, 5 ਪੁੱਤ ਪੈਦਾ ਹੋਏ ਨੇ। ਆਖੋ ਵਾਹਿਗੁਰੂ।
ਹੁਣ ਤੁਸੀਂ ਕਹੋਗੇ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਸ੍ਰੀ ਚੰਦ ਜੀ ਨੂੰ ਕਿਉਂ ਕਿਹਾ ਤੁਹਾਡੀ ਮਿਹਰ ਹੈ? ਹਾਂਜੀ, ਤੇ ਮੈਂ ਇਸ ਗੱਲ ਦਾ ਅੱਗੇ ਵੀ ਬੜੀ ਵਾਰੀ ਜ਼ਿਕਰ ਕੀਤਾ ਸੰਗਤ ਜੀ, ਜਿਹੜਾ ਤੁਹਾਡਾ ਸ਼ੁਭ ਚਿੰਤਕ ਹੈ ਸਮਝੋ ਉਹਦੀ ਮਿਹਰ ਹੀ ਹੈ ਜੀ। ਤੁਸੀਂ ਮੇਰਾ ਭਲਾ ਸੋਚ ਰਹੇ ਜੇ ਜੀ। ਹਾਂਜੀ, ਇਹ ਵੀ ਤੇ ਇੱਕ ਕਿਰਪਾ ਹੀ ਕਰ ਰਹੇ ਜੇ। ਹਾਂਜੀ, ਸ੍ਰੀ ਚੰਦ ਬਿਕਸਤ ਕਹਿ ਬੈਨਾ। ਤੇ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਸੁਣਿਆ ਵੀ ਗੁਰੂ ਜੀ ਘਰ 5 ਪੁੱਤ ਨੇ, ਉਹ ਬੜੇ ਖੁਸ਼ ਹੋਏ ਜੀ। ਹਾਂਜੀ, ਕੋ ਬਾਬੇ ਕੇ ਘਰ ਵੀ ਦੇਨਾ। ਆਖੋ ਵਾਹਿਗੁਰੂ। ਤੇ ਬਾਬਾ ਸ੍ਰੀ ਚੰਦ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਕੋਈ ਬਾਬਿਆਂ ਨੂੰ ਵੀ ਦੋਗੇ ਕਿ ਨਹੀਂ ਦੋਗੇ? ਬਾਬੇ ਦੇ ਘਰ ਵੀ ਦਿਓਗੇ, ਭਾਵ ਗੁਰੂ ਨਾਨਕ ਸਾਹਿਬ ਦੇ ਘਰ ਵੀ ਕੋਈ ਪੁੱਤ ਦਿਓਗੇ? ਹਾਂਜੀ, ਕਹਿ ਆਪਣੇ ਘਰ ਹੀ ਸਭ ਰਾਖੋ। ਕਿ ਜਾਂ ਆਪਣੇ ਘਰ ਹੀ ਸਾਰੇ ਪੁੱਤ ਰੱਖਣੇ ਆ? ਹਾਂਜੀ, ਪੰਚੋਂ ਕੋ ਨਾ ਥਿਰ ਹੈ ਅਭਿਲਾਖੋ। ਵੀ ਪੰਜਾਂ ਨੂੰ ਤੁਸੀਂ ਵਿਛੋੜਨਾ ਨਾ ਚਾਹੁੰਦੇ ਹੋਵੋ। ਹਾਂਜੀ, ਕਹਿਓ ਗੁਰੂ ਤਬ ਨਰਮੀ ਹੋਏ। ਤੇ ਕਹਿਓ ਗੁਰੂ ਤਬ ਨਮਰੀ ਹੋਏ। ਗੁਰੂ ਹਰਗੋਬਿੰਦ ਸਾਹਿਬ ਨਿਮਰਤਾ ਚ ਆ ਕੇ ਅੱਗੋਂ ਕਹਿਣ ਲੱਗੇ, ਕਰਹਿ ਰਜ਼ਾਏ ਆਪ ਕੀ ਜੋਏ। ਅਬ ਲਾਖੈ ਹਮ ਸਕਲ ਸਮਾਜਾ। ਹੋਏ ਸਫਲ ਜੋ ਤੁਮਰੇ ਕਾਜਾ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਇੱਕ ਦੀ ਗੱਲ ਕਰਦੇ ਹੋ, 5 ਹੀ ਹਾਜ਼ਰ ਨੇ, ਜਿਹੜਾ ਮਰਜ਼ੀ ਲੈ ਲਓ। ਕਹਿਣ ਲੱਗੇ, ਹਾਂਜੀ ਤੁਹਾਡੇ ਕੰਮ ਸਾਡਾ ਪੁੱਤ ਆਵੇ ਉਹ ਸਫਲਾ ਹੋਏਗਾ। ਕਹਿਣ ਲੱਗੇ, ਹਾਂਜੀ ਆਦ ਗੁਰੂ ਕੇ ਨੰਦਨ ਆਪ। ਕਿਉਂ? ਤੁਸੀਂ ਸਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੋ। ਜਿਨ ਕੋ ਸਭ ਥਲ ਵਧਿਓ ਪ੍ਰਤਾਪ। ਜਿਨ੍ਹਾਂ ਦਾ ਸਾਰੀਆਂ ਥਾਵਾਂ ਤੇ ਪ੍ਰਤਾਪ ਹੈ, ਉਹਨਾਂ ਦੀ ਸੇਵਾ ਦਾ ਸਾਨੂੰ ਮੌਕਾ ਮਿਲਿਆ। ਮਹਾਰਾਜ ਕਹਿੰਦੇ, ਹਾਂਜੀ ਸ਼੍ਰੀ ਨਾਨਕ ਸੁਤ ਸੁਨਤ ਅਲਾਈ। ਹਿਤ ਆਦਰ ਕੇ ਕਹਿਤ ਬਨਾਈ। ਤੇ ਮਹਾਰਾਜ ਜੀ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸੋਚਿਆ ਵੀ ਇਹ ਸਾਡੇ ਆਦਰ ਵਾਸਤੇ ਕਹਿ ਰਹੇ ਨੇ, ਸਾਡੇ ਸਤਿਕਾਰ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਵੀ 5 ਹੀ ਹਾਜ਼ਰ ਨੇ। ਹਾਂਜੀ, ਕਹਿ ਤੁਮ ਸਾਚ ਕਰੋ ਹਮ ਜਾਚਾ। ਕਹਿਣ ਲੱਗੇ ਜੀ ਇਹ ਤੇ ਤੁਸੀਂ ਸਾਡੇ ਸਤਿਕਾਰ ਵਾਸਤੇ ਕਹਿ ਰਹੇ ਜੇ, ਇਹ ਨਾ ਹੋਵੇ ਵੀ ਜੇ ਮੰਗਿਆ ਤਾਂ ਤੁਸੀਂ ਇੱਕ ਵੀ ਨਾ ਦਿਓ। ਸੱਚ ਕਹਿ ਰਹੇ ਹੋ ਜਾਂ ਵੈਸੇ ਖੁਸ਼ੀ ਨਾਲ ਹੀ ਕਹਿ ਰਹੇ ਹੋ? ਹਾਂਜੀ, ਹਰ ਗੋਬਿੰਦ ਕਹੈ ਜਾਨੋ ਸਾਚਾ। ਤੇ ਆਖੋ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਜੀ ਅਸੀਂ ਜੋ ਕਹਿ ਰਹੇ ਸੱਚ ਕਹਿ ਰਹੇ ਹਾਂ। ਕਹਿਣ ਲੱਗੇ, ਤੁਸੀਂ ਮੰਗੋ ਤੇ ਸਹੀ। ਹਾਂਜੀ, ਇਮ ਕਹੈ ਘਰ ਕੋ ਗਏ ਗੁਸਾਈ। ਇਹ ਕਹਿ ਕੇ ਸੱਚੇ ਪਾਤਸ਼ਾਹ ਆਪਣੇ ਘਰ ਗਏ। ਜੇਸ਼ਟ ਨੰਦਨ ਲੀਨ ਬੁਲਾਈ। ਤੇ ਬਾਬਾ ਗੁਰਦਿੱਤਾ ਜੀ ਨੂੰ ਬੁਲਾਇਆ ਫਿਰ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਬਸਤ ਬਿਭੂਖਨ ਚਾਰ ਨਵੀਨ। ਬੜੇ ਸੋਹਣੇ ਬਸਤਰ ਪਵਾਏ ਜੀ, ਗਹਿਣੇ ਪਵਾਏ। ਸ਼ਸਤਰ ਸਹਿਤ ਪਹਿਰਾਵਨ ਕੀਨ। ਸ਼ਸਤਰ ਬਸਤਰ ਸਜਾਏ। ਲੈ ਨਿਜ ਸੰਗ ਗਏ ਪੁਨ ਤਹਾਂ। ਤੇ ਆਪਣੇ ਨਾਲ ਫਿਰ ਵੱਡੇ ਪੁੱਤ ਨੂੰ ਲਿਆ। ਹਾਂਜੀ, ਬੈਠਿਓ ਸ੍ਰੀ ਚੰਦ ਸ਼ੁਭ ਜਹਾਂ। ਉੱਥੇ ਗਏ ਜਿੱਥੇ ਬਾਬਾ ਸ੍ਰੀ ਚੰਦ ਜੀ ਬੈਠੇ ਸੀਗੇ ਜੀ। ਹਾਂਜੀ, ਜੇਠੋ ਨੰਦਨ ਇਹੀ ਹਮਾਰੇ। ਅਰਪਿਓ ਤੁਮਰੇ ਆਨ ਅਗਾਰੇ। ਤੇ ਫਿਰ ਮਹਾਰਾਜ ਨੇ ਬਚਨ ਕੀਤਾ ਬਾਬਾ ਸ੍ਰੀ ਚੰਦ ਜੀ ਨੂੰ, ਬਾਬਾ ਜੀ ਆ ਸਾਡਾ ਜੇਠਾ ਪੁੱਤਰ, ਵੱਡਾ ਪੁੱਤ ਤੇ ਇਹੋ ਹੀ ਆ ਨਾ। ਕਹਿਣ ਲੱਗੇ, ਵੱਡਾ ਸਿਆਣਾ ਹੁੰਦਾ, ਵੱਡੇ ਨੂੰ ਬੰਦਾ ਪੱਗ ਬੰਨ੍ਹਦਾ। ਹਾਂਜੀ, ਵੱਡਾ ਪੁੱਤ ਹੈ ਨਾ, ਇਹੋ ਹੀ ਸਾਡਾ ਵੱਡਾ ਪੁੱਤਰ, ਇਹੋ ਹੀ ਤੁਹਾਨੂੰ ਦਿੱਤਾ। ਕਹਿਣ ਲੱਗੇ, ਹਾਂਜੀ ਅਪਰ ਪੁੱਤਰ ਸਭ ਦਾਸ ਤੁਮਾਰੇ। ਬਾਕੀ ਵੀ ਤੁਹਾਡੇ ਹੀ ਨੇ, ਬਾਕੀ ਵੀ ਤੁਹਾਡੇ ਹੀ ਨੇ। ਚਿੱਤ ਬਾਂਛੋਂ ਲੀਜੈ ਅਬਸਾਰੇ। ਤੇ ਜੇ ਤੁਹਾਡੇ ਮਨ ਚ ਫੁਰਨਾ, ਤੁਸੀਂ ਕਹੋ 5 ਚਾਹੀਦੇ ਤੇ ਬਾਕੀ 4 ਵੀ ਲੈ ਆਉਨੇ। ਕਹਿਣ ਲੱਗੇ, ਸੰਗਤ ਜੀ ਕੋਈ ਪੁੱਤ ਨਹੀਂ ਚ ਦਿੰਦਾ ਕਿਸੇ ਨੂੰ, ਨਹੀਂ ਦਿੰਦਾ। ਇੱਥੇ ਮਾਵਾਂ ਭੇਜਦੀਆਂ ਨਾ ਜਦੋਂ ਸੰਥਿਆ ਵਾਸਤੇ, ਤੇ ਪੁੱਤ ਮਾੜਾ ਜਿਹਾ ਵੀ ਲੇਟ ਹੋ ਜਾਏ ਤੇ ਫੋਨ ਆਉਣ ਲੱਗ ਪੈਂਦੇ ਸਾਨੂੰ। ਹਾਂਜੀ, ਕਿਉਂ? ਪੁੱਤ ਨਹੀਂ ਤੇ ਕੋਈ ਦਿੰਦਾ ਕਿਸੇ ਨੂੰ ਆਪਣਾ। ਇਹ ਬੜੇ ਕੀਮਤੀ ਮੰਨਦੇ ਚ ਲੋਕ। ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਬਾਬਾ ਸ੍ਰੀ ਚੰਦ ਜੀ ਨੂੰ ਕਹਿੰਦੇ 5 ਹੀ ਹਾਜ਼ਰ ਨੇ। ਆ ਵੱਡਾ ਤੇ ਲਓ, ਜੇ ਹੁਕਮ ਕਰੋ ਤੇ ਬਾਕੀ 4 ਵੀ ਲੈ ਆਉਨੇ। ਕਹਿਣ ਲੱਗੇ, ਬਾਕੀ 4 ਵੀ ਲੈ ਆਉਨੇ। ਇਹ ਹੈ ਤਿਆਗ।
ਤਿਆਗ ਜੀ। ਦੁਨੀਆਦਾਰ ਬੰਦਾ ਨਹੀਂ ਕਰ ਸਕਦਾ ਜੀ, ਦੁਨੀਆਦਾਰ ਨਹੀਂ ਕਰ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਮ ਜਾਗੋ ਉਸ ਕੋ ਕਹੇ, ਅਤੇ ਉਹ ਬੈਠਾ ਸੀਗਾ ਜੀ ਚਲੀਏ 'ਤੇ ਕਿ ਮਹਾਰਾਜ ਕਹਿੰਦੇ ਕਿੱਧਰ? ਕਹਿੰਦੇ ਜੀ ਉਹ ਚਲੀਏ 'ਤੇ ਬੈਠੇ ਆ ਅਤੇ ਸੂਰਜ ਦੀ ਰੌਸ਼ਨੀ ਨਹੀਂ ਪੈਣ ਦਿੰਦਾ। ਮਹਾਰਾਜ ਕਹਿੰਦੇ ਅਸੀਂ ਮਿਲਣਾ, ਕਹਿੰਦੇ ਨਹੀਂ ਮਿਲ ਸਕਦੇ। ਹਾਂਜੀ, ਅਤੇ ਮਹਾਰਾਜ ਨੇ ਕਿਰਪਾ ਕੀਤੀ, ਜਿੱਥੇ ਬੈਠਾ ਸੀ ਨਾ ਉੱਥੋਂ ਛੱਤ ਪਾੜਤੀ ਮਹਾਰਾਜ ਨੇ, ਅਤੇ ਰੌਸ਼ਨੀ ਉਹਦੇ ਮੂੰਹ 'ਤੇ ਪਈ ਜੀ। ਉਹਦੀਆਂ ਅੱਖਾਂ ਖੁੱਲੀਆਂ ਤੋਂ ਬਾਹਰ ਆਇਆ ਵੀ ਮੇਰਾ ਤਪ ਭੰਗ ਕਰਤਾ। 40 ਦਿਨ ਅੱਖਾਂ ਬੰਦ ਹੀ ਰੱਖਣੀਆਂ ਸੀ ਉਹਨੇ ਜੀ, ਕਿੱਡੀ ਵੱਡੀ ਸਾਧਨਾ ਹੋਏਗੀ ਉਹਦੀ। ਬਾਹਰ ਆਇਆ, ਮੇਰਾ ਤਪ ਕਿਹਨੇ ਭੰਗ ਕੀਤਾ, ਕਿਹਨੇ ਇਹ ਕੰਮ ਕੀਤਾ? ਅਤੇ ਅੱਗੇ ਨੂੰ ਆਉਂਦਿਆਂ ਨੂੰ ਮਹਾਰਾਜ ਖਲੋਤੇ ਸੀ। ਮਹਾਰਾਜ ਕਹਿੰਦੇ ਕੀ ਗੱਲ, ਐਡੀ ਔਖੀ ਘਾਲਣਾ ਘਾਲ ਰਿਹਾ? ਕਹਿੰਦਾ ਜੀ ਇਹ ਪਿੰਡ ਵਾਲਿਆਂ ਨੂੰ ਮੈਂ ਤਬਾਹ ਕਰਨਾ। ਮਹਾਰਾਜ ਕਹਿੰਦੇ ਇਹਨਾਂ ਵਿਚਾਰਿਆਂ ਨੇ ਕੀ ਕਰਤਾ, ਤੂੰ ਇਹਨਾਂ ਨੂੰ ਤਬਾਹ ਹੀ ਕਰਨ 'ਤੇ ਤੁਰ ਪਿਆ। ਕਹਿੰਦਾ ਜੀ ਇਹ ਪਿੰਡ ਵਾਲੇ ਝੂਠੇ ਹੈਗੇ ਆ, ਅਤੇ ਮਹਾਰਾਜ ਨੂੰ ਪਤਾ ਤਾਂ ਸਾਰੀ ਗੱਲ ਦਾ ਸੀ। ਮਹਾਰਾਜ ਕਹਿੰਦੇ ਦੱਸ ਤੇ ਸਹੀ ਕੀ ਤੇਰੇ ਨਾਲ ਝੂਠ ਬੋਲਤਾ? ਕਹਿੰਦਾ ਮਹਾਰਾਜ ਫਲਾਣਾ ਜਿਹੜਾ ਬੰਦਾ ਨਾ ਉਹਦੇ ਘਰ ਪੁੱਤ ਨਹੀਂ ਕੋਈ, ਮੈਂ ਆਖਿਆ 2 ਪੁੱਤ ਹੋਣਗੇ, ਇੱਕ ਮੈਨੂੰ ਦੇ ਦੀ, ਅਤੇ ਮਹਾਰਾਜ ਉਹ ਹੁਣ ਮੈਨੂੰ ਪੁੱਤ ਨਹੀਂ ਜੇ ਦੇਣ ਦਿਆ, ਅਤੇ ਉਹਦੇ ਕਰਕੇ ਮੈਂ ਸਾਰਾ ਪਿੰਡ ਹੀ ਤਬਾਹ ਕਰ ਦੇਣਾ, ਮੈਂ ਤਾਂ ਤਪ ਕਰਨਿਆ। ਉਹ ਮਹਾਰਾਜ ਕਹਿੰਦੇ ਭਲਿਆ ਲੋਕਾਂ, ਰੱਬ ਦੀ ਭਗਤੀ ਲੋਕਾਂ ਨੂੰ ਤਬਾਹ ਕਰਨ ਲਈ ਕਰੀਦੀ ਹੈ ਕਿ ਰੱਬ ਨਾਲ ਮਿਲਣ ਲਈ ਕਰੀਦੀ ਹੈ? ਆਖ ਵਾਹਿਗੁਰੂ। ਮਹਾਰਾਜ ਨੇ ਪਾਈ ਮਿਹਰ ਦੀ ਦ੍ਰਿਸ਼ਟੀ ਤੇ ਚਰਨਾਂ 'ਤੇ ਝੁਕ ਪਿਆ ਜੀ। ਮਿਹਰ ਦੀ ਜਦੋਂ ਨਿਗਾਹ ਪਾਈ ਨਾ ਮਹਾਰਾਜ ਨੇ ਉਹਦੇ 'ਤੇ, ਚਰਨਾਂ 'ਤੇ ਝੁਕ ਗਿਆ। ਮਹਾਰਾਜ ਕੋ ਮਾਫੀ ਮੰਗੀ ਜੀ ਫਿਰ ਉਹਨੇ ਜੀ। ਕਹਿੰਦਾ ਮਹਾਰਾਜ ਇਹ ਗਲਤੀ ਨਹੀਂ ਮੁੜ ਹੁੰਦੀ। ਹਾਂਜੀ, ਪਰ ਗੱਲ ਕੀ ਜੀ, ਲੋਕੀ ਕਹਿ ਦਿੰਦੇ ਨਹੀਂ ਜੀ। ਮਹਾਰਾਜ ਅੰਦਰ ਮੋਹ ਨਹੀਂ ਹੈਗਾ ਜੀ। ਜਾਂ ਇਹ ਲੋਕੀ ਤਾਂ ਕਹਿੰਦੇ ਜਦੋਂ ਐ ਮਰਨ ਕਿਨਾਰੇ ਧੀ ਪੁੱਤ ਆਉਂਦਾ ਨਾ, ਫਿਰ ਕਹਿੰਦੇ ਜੀ ਚੱਲ ਜਿੰਦਾ ਰਵੇ, ਮਹਾਰਾਜ ਰਾਜੀ ਰੱਖੋ, ਤੁਹਾਡੇ ਦਰ 'ਤੇ ਚੜ੍ਹਾ ਦਿਆਂਗੇ। ਇਹੋ ਜਿਹੀਆਂ ਵੀ ਫੌਜਾਂ ਹੈਗੀਆਂ। ਡਾਕਟਰਾਂ ਨੇ ਜਵਾਬ ਦੇ ਦਿੱਤਾ ਜੀ ਮਾਂ ਨੂੰ ਵੀ ਕੱਲ੍ਹ ਨੂੰ ਬੈੱਡ ਖਾਲੀ ਹੋਣਾ ਚਾਹੀਦਾ, ਤੇਰੇ ਪੁੱਤ ਨੇ ਚਾਲਾ ਮਾਰ ਜਾਣਾ, ਇਹਨੇ ਠੀਕ ਨਹੀਂ ਹੋਣਾ। ਅਤੇ ਮਾਂ ਨੇ ਧਰਿਆ ਬਾਬਾ ਬੁੱਢਾ ਜੀ ਦਾ ਧਿਆਨ, ਰਾਤ ਰੋਂਦੀ ਰਹੀ ਅਤੇ ਬਾਬਾ ਜੀ ਨੂੰ ਅਰਦਾਸ ਕੀਤੀ, ਬਾਬਾ ਜੀ ਪੁੱਤ ਰਾਜੀ ਕਰ ਦਿਓ, ਪੁੱਤ ਰਾਜੀ ਕਰ ਦਿਓ, ਜੇ ਰਾਜੀ ਹੋ ਗਿਆ ਤਾਂ ਤੁਹਾਡੇ ਘਰ ਚੜ੍ਹਾ ਦਿਆਂਗੀ। ਕਹਿਣ ਲੱਗੀ ਪੁੱਤ ਰਾਜੀ ਕਰ ਦਿਓ। ਸਵੇਰੇ ਡਾਕਟਰ ਆਇਆ, ਕਹਿੰਦਾ ਬੀਬੀ ਬੈੱਡ ਖਾਲੀ ਨਹੀਂ ਕੀਤਾ, ਹੋਰ ਵੀ ਮਰੀਜ਼ ਲੰਮੇ ਪਾਉਣੇ ਆ। ਉਹ ਕਹਿੰਦੇ ਜੀ ਇੱਕ ਵਾਰੀ ਵੇਖ ਕੇ ਤੇ ਆਓ। ਅਤੇ ਜਾਂਦਿਆਂ ਨੂੰ ਉਹ ਬੱਚਾ ਬੈਠਾ ਰੋਟੀ ਖਾ ਰਿਹਾ ਸੀਗਾ ਜੀ, ਪ੍ਰਸ਼ਾਦਾ ਛਕ ਰਿਹਾ ਸੀਗਾ ਜੀ। ਉਹ ਕਹਿੰਦਾ ਇਹਦਾ ਇਲਾਜ ਕਿੱਥੋਂ ਕਰਾਇਆ ਜੀ? ਕਹਿੰਦੀ ਇਹਦਾ ਇਲਾਜ ਬਾਬਾ ਬੁੱਢਾ ਜੀ ਨੇ ਕੀਤਾ ਜੀ। ਇਹ ਹੁਣ ਮੇਰੇ ਘਰ ਨਹੀਂ ਜਾਏਗਾ, ਇੱਥੋਂ ਰਾਜੀ ਹੋ ਕੇ ਕੱਥੂ ਨੰਗਲ ਜਾਏਗਾ। ਪ੍ਰੇਮ ਸਿੰਘ ਨਾਮ ਸੀ ਉਹਦਾ ਜੀ। ਹਾਂਜੀ, ਉਹ ਉੱਥੇ ਹੀ ਰਹਿ ਕੇ ਸੇਵਾ ਕਰਦਾ ਰਿਹਾ ਅਤੇ ਉੱਥੇ ਹੀ ਸਰੀਰ ਤਿਆਗ ਗਿਆ ਜੀ। ਫਿਰ ਜੀ ਉਹਨੇ ਜੀ ਵਿਰਲੇ ਹੁੰਦੇ ਫਿਰ ਜਿਹੜੇ ਕਰ ਲੈਂਦੇ ਜੀ। ਮਹਾਰਾਜ ਕਹਿੰਦੇ ਆਹ ਲਓ ਹਾਂ ਵੱਡਾ ਪੁੱਤ, ਅਤੇ ਬਾਕੀ 4 ਵੀ ਜੇ ਕਹਿੰਦੇ ਤਾਂ ਦੇ ਜਾਂਦੇ ਆ। ਹਾਂਜੀ, ਰਾਵਰ ਕੀ ਇਹ ਵਸਤੂ ਸਾਰੀ, ਇਹ ਤਾਂ ਵਸਤੂਆਂ ਹੀ ਤੁਹਾਡੀਆਂ ਨੇ, ਧੀ ਪੁੱਤ ਹੈ ਹੀ ਤੁਹਾਡੇ ਨੇ। ਹਾਂਜੀ, ਹਮ ਸਦੀਵ ਐਸੀ ਮਤ ਧਾਰੀ। ਅਸੀਂ ਤੇ ਸਦਾ ਇਹੋ ਹੀ ਸੋਚਦੇ ਵੀ ਸਭ ਕੁਝ ਹੀ ਗੁਰੂ ਨਾਨਕ ਸਾਹਿਬ ਜੀ ਦਾ, ਤੇ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਹੋ। ਹਾਂਜੀ, ਸੁਨਤ ਪ੍ਰਸੰਨ ਭਏ ਸ਼੍ਰੀ ਚੰਦ। ਤੇ ਮਹਾਰਾਜ ਦੀ ਇਹ ਗੱਲ ਸੁਣ ਕੇ ਬਾਬਾ ਸ੍ਰੀ ਚੰਦ ਜੀ ਬੜੇ ਖੁਸ਼ ਹੋਏ। ਧੰਨ ਤੁਮ ਹੋ ਇਮ ਬਨੇ ਬਿਲੰਦ। ਕਹਿੰਦੇ ਤੁਸੀਂ ਧੰਨ ਜੇ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿੰਦੇ ਐਵੇਂ ਨਹੀਂ ਤੁਸੀਂ ਇੰਨੇ ਵੱਡੇ ਬਣੇ, ਐਵੇਂ ਨਹੀਂ ਇੰਨੇ ਵੱਡੇ ਬਣੇ, ਤੁਸੀਂ ਧੰਨ ਹੋ। ਹਾਂਜੀ, ਹਮ ਪ੍ਰਸੰਨ ਮਨ ਤੁਮ ਪਰ ਭਏ। ਅਸੀਂ ਤੁਹਾਡੇ ਤੇ ਖੁਸ਼ ਹਾਂ। ਕਹਿਣ ਲੱਗੇ ਉਚਿਤ ਵਡਾਈ ਕੇ ਲਖ ਲਏ। ਤੁਸੀਂ ਵਾਕਈ ਵਡਿਆਈ ਦੇ ਲਾਇਕ ਹੋ, ਤੁਹਾਡੀ ਪੂਜਾ ਹੋਣੀ ਚਾਹੀਦੀ ਹੈ। ਜੋ ਇੱਛਾ ਹਮ ਤੇ ਬਰ ਲੀਜੈ, ਕੁਛ ਅਦੇ ਤੁਮ ਤੇ ਨਾ ਜਨੀਜੈ। ਤੇ ਬਾਬਾ ਸ੍ਰੀ ਚੰਦ ਜੀ ਨੇ ਜਿਹੜੀ ਭਗਤੀ ਕੀਤੀ ਸੀ ਨਾ, ਜਪ ਤਪ,
ਬਾਬਾ ਸ੍ਰੀ ਚੰਦ ਜੀ ਕਹਿੰਦੇ ਮਹਾਰਾਜ ਦੱਸੋ ਮੈਂ ਕੀ ਦਿਆਂ, ਕਹਿਣ ਲੱਗੇ ਤੁਹਾਨੂੰ ਜੋ ਮੇਰੇ ਕੋਲ ਉਹ ਸਾਰਾ ਤੁਹਾਡਾ ਹੈ। ਹਾਂਜੀ। ਸ਼੍ਰੀ ਹਰਗੋਬਿੰਦ ਸੁਨਤ ਬਖਾਨਾ। ਤੇ ਗੁਰੂ ਹਰਗੋਬਿੰਦ ਸਾਹਿਬ ਤੇ ਆਪ ਮਾਲਕ ਨੇ ਜੀ। ਮਹਾਰਾਜ ਅੱਗੋਂ ਕਹਿਣ ਲੱਗੇ ਜੋ ਸਭ ਤੇ ਆਛੋ ਤੁਮ ਜਾਨਾ। ਵਾਹ 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 ਵਾਹ, ਵੇਖੋ ਗੱਲ ਕਰਨ ਦਾ ਤਰੀਕਾ। ਹੋਰ ਕੋਈ ਹੁੰਦਾ ਤਾਂ ਉਹ ਕਹਿੰਦਾ ਵੀ ਮੈਨੂੰ ਨਹੀਂ ਕੁਝ ਚਾਹੀਦਾ, ਤੇ ਮਹਾਰਾਜ ਕਹਿਣ ਲੱਗੇ ਬਾਬਾ ਜੀ ਜੋ ਤੁਹਾਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ ਸੋ ਦੀਜੈ ਜੇ ਭਏ ਕਿਰਪਾਲਾ। ਉਹੋ ਹੀ ਸਾਨੂੰ ਦੇ ਦਿਓ, ਉਹ ਸਾਨੂੰ ਦੇ ਦਿਓ ਜੇ ਖੁਸ਼ ਹੋਏ ਹੋ। ਹੁਣ ਜਿਹੜੀ ਚੀਜ਼ ਚੰਗੀ ਲੱਗਦੀ ਉਹ ਥੋੜੀ ਬੰਦਾ ਕਿਸੇ ਨੂੰ ਦਿੰਦਾ ਜੀ। ਹਾਂਜੀ। ਦਾਤਾ ਤੁਮ ਸਮ ਕਵੈਨ ਵਿਸਾਲਾ। ਨਾਲ ਹੀ ਕਹਿਣ ਲੱਗੇ ਜੀ ਤੁਸੀਂ ਤੇ ਦਾਤੇ ਚ, ਤੁਹਾਡੇ ਵਰਗਾ ਹੋਰ ਕੌਣ ਹੈ। ਸ੍ਰੀ ਚੰਦ ਤਬ ਹਿਰਦੇ ਵਿਚਾਰਾ। ਤੇ ਬਾਬਾ ਸ੍ਰੀ ਚੰਦ ਜੀ ਨੇ ਫਿਰ ਵਿਚਾਰ ਕੀਤੇ। ਸ੍ਰੀ ਅਰਜਨ ਸੁਤ ਸੰਗ ਉਚਾਰਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਆਗੇ ਹੀ ਤੁਮ ਘਰ ਵਡਿਆਈ। ਸ੍ਰੀ ਨਾਨਕ ਗੁਰ ਕੀ ਸ਼ੁਭ ਪਾਈ। ਆਖੋ ਵਾਹਿਗੁਰੂ। ਕਹਿੰਦੇ ਸੁਣੋ ਮਹਾਰਾਜ ਮੇਰੇ ਕੋਲ ਕੀ ਹੈਗਾ, ਅੱਗੇ ਤੇ ਸਾਰਾ ਕੁਝ ਤੁਹਾਡੇ ਕੋਲ ਹੈ। ਗੁਰਤਾ ਗੱਦੀ ਦੇ ਤੇ ਤੁਸੀਂ ਮਾਲਕ ਤੇ ਕਹਿਣ ਲੱਗੇ ਸਾਰੀਆਂ ਵਡਿਆਈਆਂ ਤੇ ਤੁਹਾਡੇ ਕੋਲ ਨੇ। ਹਾਂਜੀ। ਹਮਰੇ ਸਿਰ ਟੋਪੀ ਇੱਕ ਆਹ ਪੱਗ ਤੇ ਤੁਹਾਡੇ ਕੋਲ ਅੱਗੇ ਹੀ ਹੈ, ਮੇਰੇ ਕੋਲ ਤਾਂ ਟੋਪੀ ਹੈਗੀ। ਕਹਿਣ ਲੱਗੇ ਉਹ ਨਾ ਰੱਖਦੇ ਸੀਗੇ ਇੱਕ ਕੁਲੀਨ ਟੋਪੀ ਰੱਖਦੇ ਸੀਗੇ ਬਾਬਾ ਸ੍ਰੀ ਚੰਦ ਜੀ, ਧੂਣਾ ਤਖਾ ਕੇ ਬੈਠਦੇ ਸੀਗੇ। ਇਹੋ ਹੀ ਉਹਨਾਂ ਦੀ ਮੰਨਤੀ ਸੀਗੀ ਜੀ, ਇਹੋ ਹੀ ਉਹਨਾਂ ਦੀ ਗੱਦੀ ਸੀਗੀ ਜੀ। ਹਾਂਜੀ। ਸੰਗੀ ਸਦਾ ਸਰਬ ਹੀ ਲਹੈ। ਹਾਂਜੀ। ਅਪਰ ਪਦਾਰਥ ਸਭ ਤੁਮ ਲੀਨੇ। ਮੇਰੇ ਕੋ ਤੇ ਹੁਣ ਇਹੋ ਹੀ ਹੈ, ਨਾਲ ਦੇ ਸੰਗੀ ਜਾਣਦੇ ਆ, ਤੇ ਬਾਕੀ ਤਾਂ ਸਾਰਾ ਕੁਝ ਪਹਿਲਾਂ ਹੀ ਤੁਸੀਂ ਲਿਆ। ਹਲਤ ਪਲਤ ਕੋ ਰਾਜ ਪਰਬੀਨੇ। ਲੋਕ ਪਰਲੋਕ ਦਾ ਰਾਜ ਤਾਂ ਪਹਿਲਾਂ ਹੀ ਤੁਹਾਡੇ ਕੋਲ ਹੈ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ। ਸੋ ਟੋਪੀ ਹਮ ਦੇ ਸੁਤ ਤੋਹੀ। ਤੁਸੀਂ ਸਾਨੂੰ ਪੁੱਤਰ ਦਿੱਤਾ ਆਪਣਾ, ਤੇ ਜਿਹੜੀ ਸਾਡੀ ਬਖਸ਼ਿਸ਼ ਹੈ ਨਾ, ਸਾਡੀ ਗੱਦੀ ਹੈ, ਉਹ ਵੀ ਅਸੀਂ ਤੁਹਾਡੇ ਪੁੱਤਰ ਨੂੰ ਦਿੰਨੇ। ਕਹਿਣ ਲੱਗੇ ਉਹ ਵੀ ਤੁਹਾਨੂੰ ਦਿੰਨੇ। ਵੇਖ ਲਓ ਜੇ ਮਹਾਰਾਜ ਤਿਆਗ ਕਰਦੇ ਤਾਂ ਉਹਨਾਂ ਦੂਣਾ ਤਿਆਗ ਕਰ ਦਿੱਤਾ ਜੀ। ਹਾਂਜੀ। ਬਿਦਤ ਹੈ ਜਗ ਬਖਸ਼ਿਸ਼ ਇਹ ਮੋਹੀ। ਇਹ ਬਖਸ਼ਿਸ਼ ਜਗਤ ਵਿੱਚ ਪ੍ਰਸਿੱਧ ਹੋਵੇਗੀ ਬਾਬਾ ਜੀ ਕਹਿਣ ਲੱਗੇ। ਹਾਂਜੀ। ਸਭ ਜਗ ਕੀ ਮਹੰਤਤਾ ਭਾਰੀ। ਹਾਂਜੀ। ਇਸ ਟੋਪੀ ਕੋਏ ਹੋਏ ਅਨੁਸਾਰੀ। ਇਹ ਮਹੰਤੀ ਹੈ ਕਹਿਣ ਲੱਗੇ। ਅੱਜ ਵੀ ਉਦਾਸੀਆਂ ਵਿੱਚ ਮਹੰਤ ਚੱਲਦੇ ਆ ਜੀ। ਹਾਂਜੀ। ਉੱਥੇ ਮਹੰਤ ਚੱਲਦੇ ਆ। ਕਹਿੰਦੇ ਇਹ ਮਹੰਤੀ ਹੈ ਜਿਹੜੀ ਹੁਣ ਅਸੀਂ ਤੁਹਾਡੇ ਪੁੱਤਰ ਨੂੰ ਦਿੱਤੀ। ਅਪਰ ਨਾ ਹੋਇ ਇਸਕੇ ਸਮ ਦੂਜਾ। ਚਾਹੋਂ ਦਿਸ਼ ਦੇਖ ਕਰੈ ਵੱਡ ਪੂਜਾ। ਇਹਦੀ ਵੀ ਪੂਜਾ ਹੋਏਗੀ, ਚਾਰੇ ਪਾਸੇ ਲੋਕ ਇਹਦੀ ਵੀ ਪੂਜਾ ਕਰਦੇ ਹਨ। ਲੱਖੋਂ ਨਰ ਧਾਰੈ ਇਨ ਬਾਨਾ। ਲੱਖਾਂ ਲੋਕ ਉਦਾਸੀ ਬਣਨਗੇ। ਕਹਿਣ ਲੱਗੇ ਹੈਗੇ ਨੇ ਅੱਜ ਉਦਾਸੀਆਂ ਦੇ ਸ਼ਰਧਾਲੂ ਲੱਖਾਂ ਹੀ ਲੋਕ ਨੇ ਸਾਧ ਸੰਗਤ ਜੀ। ਕੇਤਿਕ ਨਾਂਗੇ ਬਨੇ ਮਹਾਨਾ। ਤੇ ਕਈ ਇਹਨਾਂ ਚ ਨਾਂਗੇ ਸਾਧੂ ਵੀ ਬਣਿਆ ਕਰਨਗੇ। ਹਾਂਜੀ। ਬਿਥਰ ਹੈ ਪੰਥ ਮਹਿਦ ਮਹੀਆਨ। ਇਹ ਉਦਾਸੀ ਪੰਥ ਜਿਹੜਾ ਨਾ ਇਹ ਵੀ ਬੜਾ ਫੈਲੇਗਾ, ਵੱਡਾ ਹੋਵੇਗਾ, ਹੋਏ ਨਾ ਆਨ ਸਮਾਨ। ਉਹਦੇ ਬਰਾਬਰ ਹੋਰ ਕੋਈ ਨਹੀਂ ਹੋਏਗਾ। ਆਖੋ ਵਾਹਿਗੁਰੂ। ਉਦਾਸੀਆਂ ਦੀ ਸੰਪਰਦਾ ਚੱਲਦੀ ਹੈ ਉਹ ਵੀ ਸਿੱਖੀ ਨੇ ਮਹਾਰਾਜ ਦੇ। ਹਾਂਜੀ। ਮਮ ਤਪ ਕੋ ਪ੍ਰਤਾਪ ਬਲ ਭਾਰੀ। ਪਰਸੈ ਸਗਰੀ ਧਰਨ ਮਝਾਰੀ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਸਾਡਾ ਜਪ ਤਪ ਜਿਹੜਾ ਸਮੇਂ ਨਾਲ ਉਹ ਫੈਲਣਾ ਹੈ। ਹਾਂਜੀ। 100 ਸੰਮਤ ਉਪਰ ਕਿਛ ਜਾਨੋ। ਜੇ ਤਿਕ ਹਮ ਟਿਕ ਆਛੈ ਰਹਿਓ ਸੋ ਸਭ ਪੁੱਤਰ ਹਮ ਤੁਮਾਰੇ ਲਹਿਓ। ਜਿੰਨਾ ਸਾਡਾ ਜਪ ਤਪ ਹੈ ਉਹ ਤੁਹਾਡੇ ਪੁੱਤਰ ਨੂੰ ਦਿੱਤਾ। ਕਹਿਣ ਲੱਗੇ ਦੋ ਜਾਇਦਾਦਾਂ ਹੁੰਦੀਆਂ, ਇੱਕ ਹੁੰਦੀ ਜ਼ਮੀਨ ਲਿਖਤੀ, ਆ ਮੇਰੀ ਜ਼ਮੀਨ ਦਾ ਮਾਲਕ ਇਹ ਹੈ। ਇੱਕ ਹੁੰਦਾ ਜਿੰਨਾ ਨਾਮ ਸਿਮਰਨ ਕੀਤਾ ਨਾ, ਖਰਚ ਨਹੀਂ ਕੀਤਾ, ਅੰਦਰ ਹੀ ਹੈ, ਉਹ ਵੀ ਕਿਸੇ ਦੇ ਅਰਦਾਸਾਂ ਕਰਦੀਆਂ ਨਾ ਵੀ ਇਹਦਾ, ਤਾਂ ਉਹ ਵੀ ਉਹਦਾ ਹੋ ਜਾਂਦਾ ਹੈ ਜੀ। ਸਿਮਰਨ ਵੀ ਅਰਦਾਸਾ ਹੋ ਜਾਂਦਾ ਜੀ। ਇਹ ਵੀ ਜਾਇਦਾਦ ਹੈ। ਕਹਿੰਦੇ ਸਾਡੀ ਜਾਇਦਾਦ ਇਹ ਆਤਮਿਕ ਜਾਇਦਾਦ ਵੀ ਤੁਹਾਡੀ। 100 ਸੰਮਤ ਉੱਪਰ ਕਿਛ ਜਾਨੋ। ਭਾਈ ਬੈਸ ਹਮਰੀ ਪਹਿਚਾਨੋ। ਤੇ ਬਾਬਾ ਸ੍ਰੀ ਚੰਦ ਕਹਿੰਦੇ ਮਹਾਰਾਜ ਸਾਡੀ ਉਮਰ 100 ਸਾਲ ਤੋਂ ਉੱਤੇ ਹੋਈ ਹੈ।
ਵੈਸੇ 150 ਸਾਲ ਉਮਰ ਹੋਈ ਬਾਬਾ ਸ੍ਰੀ ਚੰਦ ਜੀ ਦੀ। ਹਾਂਜੀ। ਪਿਤਾ ਗੁਰੂ ਕੀ ਜੋ ਵਡਿਆਈ, ਹਾਂਜੀ। ਸੋ ਸਭ ਸੋਢੇਨ ਕੇ ਘਰ ਆਈ। ਸਾਡੇ ਪਿਤਾ ਸਤਿਗੁਰੂ ਜੀ ਦੀ ਜਿਹੜੀ ਵਡਿਆਈ ਉਹ ਸੋਢੀਆਂ ਦੇ ਘਰ ਚ ਆਈ ਹੈ ਸਾਰੀ। ਜਿਤਕ ਹੁਤੀ ਹਮਾਰੇ ਪਾਸ, ਜਿੰਨੀ ਕਿ ਸਾਡੇ ਕੋਲ ਸੀ। ਹਾਂਜੀ। ਸੋ ਭੀ ਆਈ ਤੋਹੇ ਆਵਾਸ। ਵਡਿਆਈ ਤੇ ਅੱਗੇ ਹੀ ਤੁਹਾਡੇ ਕੋਲ ਸੀ, ਥੋੜੀ ਜੀ ਸਾਡੇ ਕੋਲ ਸੀ, ਅੱਜ ਤੋਂ ਵੀ ਤੁਹਾਡੇ ਘਰ ਦੀ ਆ ਗਈ ਕਹਿਣ ਲੱਗੇ। ਹਾਂਜੀ। ਇਮ ਕਹੈ ਨਿਜ ਟੋਪੀ ਲੈ ਹਾਥ। ਇਹ ਕਹਿ ਕੇ ਬਾਬਾ ਸ੍ਰੀ ਚੰਦ ਜੀ ਜੋ ਸਿਰ ਤੇ ਟੋਪੀ ਧਾਰਦੇ ਸਨ, ਧਰੀ ਤਬੈ ਗੁਰ ਦਿੱਤੇ ਮਾਥ। ਬਾਬਾ ਗੁਰਦਿੱਤਾ ਜੀ ਦੇ ਮੱਥੇ ਤੇ ਰੱਖ ਦਿੱਤੀ ਸੀ, ਮਹੰਤੀ ਉਹਨਾਂ ਨੂੰ ਦੇ ਦਿੱਤੀ। ਹਰਖਤ ਕਹਿਓ ਬਦਨ ਕੋ ਜੋਇਓ। ਤੇ ਬਾਬਾ ਗੁਰਦਿੱਤਾ ਜੀ ਵੱਲ ਵੇਖ ਕੇ ਨਾ ਚਿਹਰੇ ਵੱਲ, ਤੇ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਤੂੰ ਅਬ ਤੇ ਬਾਬੇ ਕੋ ਹੋਇਓ। ਕਹਿੰਦੇ ਸ੍ਰੀ ਗੁਰਦਿੱਤਾ ਜੀ ਅੱਜ ਤੋਂ ਤੁਸੀਂ ਬਾਬੇ ਦੇ ਜੇ ਕਹਿਣ ਲੱਗੇ। ਭਾਵ ਵੱਡੇ ਸਨ ਨਾ ਬਾਬਾ ਸ੍ਰੀ ਚੰਦ ਜੀ। ਬਾਬਾ ਸ੍ਰੀ ਚੰਦ ਸਾਰੇ ਕਹਿੰਦੇ ਸੀ, ਕਹਿੰਦੇ ਅੱਜ ਤੋਂ ਹੁਣ ਤੋਂ ਤੁਸੀਂ ਬਾਬੇ ਦੇ ਹੋਏ। ਹਾਂਜੀ। ਅਪਰ ਚਤੁਰ ਸੋ ਗੁਰ ਕੇ ਰਹੇ। ਹਾਂਜੀ। ਚਿਤ ਪ੍ਰਸੰਨ ਤੇ ਗੁਰ ਸੁਤ ਕਹੇ। ਆਖੋ ਵਾਹਿਗੁਰੂ। ਅਪਰ ਚਤੁਰ ਸੋ ਗੁਰ ਕੇ ਰਹੇ, ਕਹਿੰਦੇ ਅੱਜ ਤੋਂ ਗੁਰਦਿੱਤਾ ਜੀ ਤੁਸੀਂ ਮੇਰੇ ਪੁੱਤਰ ਜੇ। ਬਾਕੀ ਜਿਹੜੇ ਪੁੱਤਰ ਨੇ 4 ਉਹ ਗੁਰੂ ਹਰਗੋਬਿੰਦ ਸਾਹਿਬ ਦੇ ਨੇ, ਤੁਸੀਂ ਮੇਰੇ ਹੋ ਕਹਿਣ ਲੱਗੇ। ਹਾਂਜੀ। ਤਬ ਤੇ ਸ੍ਰੀ ਬਾਬਾ ਗੁਰਦਿੱਤਾ। ਹੁਣ ਬਾਬਾ ਸ੍ਰੀ ਚੰਦ ਜੀ ਤੋਂ ਅੱਗੋਂ ਫਿਰ ਸਾਰੇ ਗੁਰਦਿੱਤਾ ਸਾਹਿਬ ਜੀ ਨੂੰ ਬਾਬਾ ਗੁਰਦਿੱਤਾ ਜੀ ਕਹਿਣ ਲੱਗੇ ਜੀ। ਹਾਂਜੀ। ਕਹਿਣ ਲੱਗੇ ਜਬ ਤੇ ਵਰ ਦਿੱਤਾ। ਜਦੋਂ ਦਾ ਵਰ ਦਿੱਤਾ ਉਦੋਂ ਦਾ ਫਿਰ ਸਾਰੇ ਬਾਬਾ ਜੀ ਕਹਿਣ ਲੱਗੇ। ਬਾਬਾ ਨਾਮ ਕਹਿਣ ਤੇ ਜਾਨਾ। ਹਾਂਜੀ। ਪਾਛੇ ਨਰ ਕਰ ਕਰ ਅਨੁਮਾਨਾ। ਹਾਂਜੀ। ਸ੍ਰੀ ਨਾਨਕ ਕੋ ਬਾਬਾ ਨਾਮ। ਭਾਈ ਸੰਤੋਖ ਸਿੰਘ ਜੀ ਕਹਿੰਦੇ ਲੋਕ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬਾਬਾ ਜੀ ਕਹਿੰਦੇ ਹੁੰਦੇ ਹੈਗੇ ਜੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹਾਂਜੀ। ਜਗ ਮੈਂ ਬਿਦਤ ਲਖੈ ਅਭਿਰਾਮ। ਅਪਰ ਨਾ ਬਾਬਾ ਕਿਸ ਕੋ ਕਹਿਓ। ਗੁਰਤਾ ਥਿਰ ਗੁਰੂ ਪਦ ਪਦ ਲਹਿਓ। ਕਹਿਣ ਲੱਗੇ ਫਿਰ ਇਹ ਵੀ ਬਾਬਾ ਫਿਰ ਉਸ ਸਮੇਂ ਕਿਸੇ ਹੋਰ ਨੂੰ ਨਹੀਂ ਸੀ ਕਿਹਾ ਜਾਂਦਾ। ਉਂਝ ਪਰਿਵਾਰਾਂ ਵਿੱਚ ਆਪਦੇ ਦਾਦੇ ਨੂੰ ਸਾਰੇ ਆਪਣਾ ਬਾਬਾ ਹੀ ਕਹਿੰਦੇ ਹੁੰਦੇ ਹੈਗੇ ਜੀ। ਤੇ ਬਾਬਾ ਸ਼ਬਦ ਜਿਹੜਾ ਹੈ ਬੜੇ ਸਤਿਕਾਰ ਵਾਲਾ ਜੀ। ਗ੍ਰੰਥੀ ਸਿੰਘਾਂ ਨੂੰ ਵੀ ਸਾਧ ਸੰਗਤ ਜੀ ਸਾਰੇ ਕੀ ਕਹਿੰਦੇ ਆ? ਬਾਬਾ ਜੀ ਕਹਿੰਦੇ ਆ। ਸਤਿਕਾਰ ਵਾਲਾ ਸ਼ਬਦ ਹੋਣ ਕਰਕੇ ਬਾਬਾ ਜੀ ਕਿਹਾ ਜਾਂਦਾ ਹੈ, ਭਾਈ ਸਾਹਿਬ ਕਿਹਾ ਜਾਂਦਾ ਹੈ, ਗਿਆਨੀ ਜੀ ਕਿਹਾ ਜਾਂਦਾ ਹੈ। ਪਰ ਉਂਝ ਬਾਬਾ ਸ਼ਬਦ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੇ ਦਿੱਤਾ ਜੀ। ਹਾਂਜੀ। ਧੰਨ ਧੰਨ ਬਾਬਾ ਗੁਰਦਿੱਤਾ ਜੀ। ਧੰਨ ਧੰਨ ਬਾਬਾ ਗੁਰਦਿੱਤਾ। ਦੀਨ ਦੁਨੀ ਦਾ ਟਿੱਕਾ ਜੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਸਾਰੇ ਗੱਜ ਕੇ ਆਖੋ ਧੰਨ ਧੰਨ ਬਾਬਾ ਗੁਰਦਿੱਤਾ ਜੀ। ਸੋ ਅੱਗੋਂ ਕਥਾ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ